ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਤੇ ਠੀਕ ਠਾਕ ਹੋਵੋਗੇ ਅਤੇ ਤੁਹਾਡੀ ਆਪਣੀ ਪੀਐਸਟੈਟ ਜਾਂ ਸੀਟੈਟ ਦੇ ਐਗਜ਼ਾਮ ਦੀ ਤਿਆਰੀ ਵਧੀਆ ਜਾ ਰਹੀ ਹੋਏਗੀ। ਸੋ ਅੱਜ ਦੀ ਅਸੀਂ ਇਸ ਵੀਡੀਓ ਵਿੱਚ ਆਪਣਾ ਈਵੀਐਸ ਵਾਲਾ ਪੋਰਸ਼ਨ ਕੰਟੀਨਿਊ ਕਰਾਂਗੇ। ਸੋ ਇਹ ਅੱਜ ਦਾ ਸਾਡਾ ਜੋ ਪੇਪਰ 1 ਲਈ ਅਸੀਂ ਈਵੀਐਸ ਜਾਂ ਕਹ ਲਓ ਇਨਵਾਇਰਨਮੈਂਟ ਕਰ ਰਹੇ ਹਾਂ। ਇਨਵਾਇਰਨਮੈਂਟ ਦਾ ਅੱਜ ਦਾ ਆਪਣਾ ਇਹ 14ਵਾਂ ਪਾਰਟ ਹੈ ਜੀ। ਇਸ ਤੋਂ ਪਹਿਲਾਂ ਅਸੀਂ 13 ਪਾਰਟ ਜਿਸ ਦੇ ਵਿੱਚ ਅਸੀਂ ਵੱਖ-ਵੱਖ ਬੜੇ ਹੀ ਇੰਪੋਰਟੈਂਟ ਟੌਪਿਕ, ਚਾਹੇ ਉਹ ਫੂਡ ਦਾ ਹੋਵੇ, ਵਾਟਰ ਦਾ ਹੋਵੇ, ਕੁਝ ਇਨਵਾਇਰਨਮੈਂਟ ਨਾਲ ਰਿਲੇਟਡ ਹੋਵੇ, ਜਾਂ ਪ੍ਰੀਵੀਅਸ ਈਅਰ ਐਗਜ਼ਾਮ ਨਾਲ ਆਏ ਹੋਏ ਕੁਐਸਚਨ ਵਾਲੇ ਟੌਪਿਕ ਹੋਣ, ਮਤਲਬ ਆਲ ਓਵਰ ਅਸੀਂ 60 ਤੋਂ 70% ਜਿਹੜੇ ਟੌਪਿਕ ਨੇ ਜੀ ਉਹ ਕਵਰ ਕਰ ਚੁੱਕੇ ਹਾਂ ਈਵੀਐਸ ਦੇ ਇਨਵਾਇਰਨਮੈਂਟ ਦੇ ਪਹਿਲੇ 13 ਪਾਰਟ ਦੇ ਵਿੱਚ। ਅਤੇ ਹਰ ਇੱਕ ਪਾਰਟ ਦੇ ਵਿੱਚ ਜੋ ਟੌਪਿਕ ਅਸੀਂ ਸ਼ੁਰੂ ਕੀਤਾ ਉਹਨੂੰ ਕੰਪਲੀਟ ਵੀ ਕੀਤਾ, ਇਨਕਲੂਡਿੰਗ ਐਮਸੀਕਿਊ। ਸੋ ਅਗਰ ਤੁਸੀਂ ਪਹਿਲਾਂ ਵਾਲੇ 13 ਪਾਰਟ ਨਹੀਂ ਦੇਖੇ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਦਾ ਜਾਂ ਵੀਡੀਓਜ਼ ਦਾ ਲਿੰਕ ਆ ਰਿਹਾ ਹੋਏਗਾ, ਉਹ ਪਾਰਟ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਆਪਣੇ ਚੈਨਲ ਦੇ ਉੱਪਰ ਸੀਡੀਪੀ ਦਾ ਕੰਪਲੀਟ ਕੋਰਸ ਹੋ ਚੁੱਕਾ ਹੈ 38 ਵੀਡੀਓਜ਼ ਦੇ ਵਿੱਚ। ਉਸ ਤੋਂ ਬਾਅਦ ਐਮਸੀਕਿਊ ਸਪੈਸ਼ਲ ਅਸੀਂ ਲਗਾ ਰਹੇ ਹਾਂ, ਹਾਲਾਂਕਿ 38 ਵੀਡੀਓਜ਼ ਦੇ ਵਿੱਚ ਵੀ ਅਸੀਂ ਨਾਲ ਦੀ ਨਾਲ ਐਮਸੀਕਿਊ ਕਵਰ ਕੀਤੇ ਨੇ, ਜਿਸ ਦੇ ਵਿੱਚ ਤੁਹਾਡਾ ਪੀਐਸਟੈਟ ਜਾਂ ਸੀਟੈਟ ਦਾ ਮੰਨ ਕੇ ਚੱਲੋ ਕਿ 50 ਨੰਬਰ ਇਨਕਲੂਡਿੰਗ ਸੀਡੀਪੀ ਐਂਡ ਸਬਜੈਕਟ ਪੈਡਾਗੋਜੀ ਕਵਰ ਕੀਤਾ ਹੋਇਆਗਾ। ਸੋ ਪੈਡਾਗੋਜੀ ਦੀ ਅਗਰ ਮੈਂ ਗੱਲ ਕਰਾਂ ਤਾਂ ਇੰਗਲਿਸ਼ ਪੈਡਾਗੋਜੀ ਦਾ ਸਾਡਾ ਅਲੱਗ ਤੋਂ ਵੀ ਕੰਟੀਨਿਊ ਹੈ, ਜੋ ਵੀ 80% ਆਪਣਾ ਕੰਪਲੀਟ ਹੋ ਚੁੱਕਾ ਹੈਗਾ। ਸੋ ਬਹੁਤ ਸਾਰਾ ਕੁਝ, ਇਸ ਤੋਂ ਇਲਾਵਾ ਮੈਥਮੈਟਿਕਸ ਵੀ ਹੈ, ਬਹੁਤ ਸਾਰਾ ਕੁਝ ਇਸ ਚੈਨਲ ਦੇ ਉੱਪਰ ਕਰਵਾਇਆ ਜਾ ਰਿਹਾ ਹੈ। ਐਂਡ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਭ ਕੁਝ ਫ੍ਰੀ ਆਫ ਕਾਸਟ, ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ। ਜੋ ਅਗਰ ਤੁਸੀਂ ਸੀਡੀਪੀ ਜਾਂ ਦੂਸਰੇ ਪਾਰਟ ਨਹੀਂ ਦੇਖੇ ਤਾਂ ਉਹਦਾ ਵੀ ਲਿੰਕ ਮੈਂ ਉੱਪਰ ਆਈ ਬਟਨ ਤੇ ਜਾਂ ਤੁਸੀਂ ਖੁਦ ਚੈਨਲ ਦੀ ਪਲੇਲਿਸਟ ਤੇ ਜਾ ਕੇ ਦੇਖ ਸਕਦੇ ਹੋ। ਚਲੋ ਸਟਾਰਟ ਕਰਦੇ ਹਾਂ ਜੀ। ਇੱਕ ਹੋਰ ਬੜਾ ਇੰਪੋਰਟੈਂਟ ਟੌਪਿਕ ਅਸੀਂ ਕਵਰ ਕਰਾਂਗੇ, ਹੀਟ, ਤਾਪ, ਜਿਸ ਦੇ ਵਿੱਚੋਂ ਵੀ ਦੋ ਕੁਐਸਚਨ ਆਪਾਂ ਨੂੰ ਕਵਰ ਕੀਤੇ ਹੋਏ ਨੇ ਲਾਸਟ ਈਅਰ ਦੇ ਵਿੱਚ। ਹਾਲਾਂਕਿ ਉਸ ਤੋਂ ਪਹਿਲਾਂ ਵੀ ਇਹਦੇ ਵਿੱਚੋਂ ਕੁਐਸਚਨ ਆਉਂਦੇ ਰਹੇ ਨੇ। ਕੁਝ ਕੁ ਨਿਊਮੈਰੀਕਲ ਪੋਰਸ਼ਨ ਹੈ, ਤਾਂ ਕਰਕੇ ਕੁਝ ਕੁ ਕੁਐਸਚਨ ਮੈਂ ਤੁਹਾਨੂੰ ਦੱਸੂਗਾ ਕਿ ਆਪਣੇ ਇਸ ਪਾਰਟ ਦੇ ਵਿੱਚਲੇ ਮੈਥ ਦੇ ਵਿੱਚ ਵੀ ਆਏ ਹੋਏ ਨੇ, ਹਨਾ, ਹੀਟ ਵਾਲੇ ਦੇ ਵਿੱਚੋਂ। ਚਲੋ ਹੁਣ ਆਪਾਂ ਸਟਾਰਟ ਕਰਦੇ ਹਾਂ ਹੀਟ, ਤਾਪ। ਸੋ ਜਦੋਂ ਹੀਟ ਜਾਂ ਤਾਪ ਦੀ ਗੱਲ ਹੋਊਗੀ ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਤਾਪਮਾਨ ਦੀ, ਜਾਂ ਕਹ ਲਓ ਟੈਂਪਰੇਚਰ ਦੀ। ਸੋ ਟੈਂਪਰੇਚਰ ਸਭ ਨੇ ਸੁਣਿਆ ਹੋਊਗਾ। ਨਾਰਮਲੀ ਕਈ ਵਾਰ ਫੀਵਰ ਹੋ ਜਾਂਦਾ ਤਾਂ ਟੈਂਪਰੇਚਰ ਦੇਖਿਆ ਜਾਂਦਾ ਹੈਗਾ। ਟੈਂਪਰੇਚਰ ਨੂੰ ਪੰਜਾਬੀ ਦੇ ਵਿੱਚ ਤਾਪਮਾਨ ਕਹਾਂਗੇ। ਸੋ ਟੈਂਪਰੇਚਰ ਲਈ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੱਥੇ ਡਾਕਟਰੀ ਥਰਮਾਮੀਟਰ ਦੀ, ਜਾਂ ਕਹ ਲਓ ਕਲੀਨਿਕਲ ਥਰਮੋਮੀਟਰ। ਸੋ ਡਾਕਟਰੀ ਥਰਮਾਮੀਟਰ ਜੋ ਕਿ ਆਪਣੇ ਜੋ ਸਰੀਰ ਦਾ ਤਾਪਮਾਨ ਮਾਪਦਾ ਹੈਗਾ ਉਹਨੂੰ ਅਸੀਂ ਬੋਲਦੇ ਹਾਂ ਕਲੀਨਿਕਲ ਥਰਮਾਮੀਟਰ, ਜਾਂ ਕਹਿਣ ਦਾ ਮਤਲਬ ਜੋ ਵੀ ਜੀਵਤ ਨੇ ਉਹਨਾਂ ਦਾ ਜੋ ਤਾਪਮਾਨ ਮਾਪਦਾ ਹੈਗਾ ਉਹਨੂੰ ਬੋਲਦੇ ਹਾਂ ਅਸੀਂ ਕਲੀਨਿਕ ਥਰਮਾਮੀਟਰ। ਠੀਕ ਹੈ, ਥਰਮਾਮੀਟਰ ਵੀ ਦੋ ਪ੍ਰਕਾਰ ਦੇ ਹੁੰਦੇ ਨੇ, ਇੱਕ ਲੈਬ ਥਰਮਾਮੀਟਰ ਹੁੰਦਾ ਜੀ, ਇੱਕ ਡਾਕਟਰੀ ਥਰਮਾਮੀਟਰ ਹੁੰਦਾ ਹੈ। ਤਾਂ ਕਰਕੇ ਥੋੜਾ ਜਿਹਾ ਡਿਫਰੈਂਸ਼ੀਏਟ ਤੁਸੀਂ ਇਹਨੂੰ ਯਾਦ ਕਰਨਾਗਾ ਡੈਫੀਨੇਸ਼ਨ ਦੇ ਅਕੋਰਡਿੰਗ। ਡਾਕਟਰੀ ਥਰਮਾਮੀਟਰ ਜੋ ਕਿ ਕਿਸੇ ਵੀ ਜੀਵਤ ਦਾ, ਜਿਵੇਂ ਮਨੁੱਖ ਹੋ ਗਿਆ ਹੈ ਨਾ, ਇਹਨਾਂ ਦਾ ਤਾਪਮਾਨ ਮਾਪਦੇ ਉਹਨੂੰ ਡਾਕਟਰੀ ਥਰਮਾਮੀਟਰ ਬੋਲਦੇ ਆ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਪਿਕਚਰ ਹੈ ਜੀ ਡਾਕਟਰੀ ਥਰਮਾਮੀਟਰ ਦੀ। ਸੋ ਇੱਥੋਂ ਬਹੁਤ ਸਾਰੇ ਆਪਣੇ ਕੁਐਸਚਨ ਕਵਰ ਹੋਣਗੇ। ਵੈਸੇ ਤਾਂ ਅੱਜ ਕੱਲ ਜਿਹੜੇ ਥਰਮਾਮੀਟਰ ਨੇ ਉਹ ਡਿਜੀਟਲ ਚੱਲ ਪਏ, ਆਪਾਂ ਨੂੰ ਪਤਾ ਹੈ ਨਾ, ਬਹੁਤ ਘੱਟ ਇਦਾਂ ਦੇ ਥਰਮਾਮੀਟਰ ਯੂਜ਼ ਹੁੰਦੇ ਨੇ। ਕਾਫੀ ਡਿਜੀਟਲ ਹੋ ਗਿਆ। ਮਤਲਬ ਉਹਦੇ ਉੱਪਰ ਸਕਰੀਨ ਦੇ ਉੱਪਰ ਹੀ ਰੀਡਿੰਗ ਆ ਜਾਂਦੀ ਹੈ, ਜਾਂ ਕਈ ਵਾਰ ਜੋ ਆਪਣਾ ਮੱਥਾ ਜੀ ਉਹ ਤੇ ਲਾ ਕੇ ਪ੍ਰੋਪਰ ਰੀਡਿੰਗ ਆ ਜਾਂਦੀ ਹੈ। ਵੈਸੇ ਜੋ ਆਪਣੀ ਬੁੱਕਸ ਦੇ ਵਿੱਚ ਜਿਵੇਂ ਸਿਲੇਬਸ ਦੇ ਵਿੱਚ ਦਿੱਤਾ ਹੁੰਦਾ ਤਾਂ ਇਹਨੂੰ ਦੇਖ ਕੇ ਤੁਹਾਨੂੰ ਕਾਫੀ ਕੁਝ ਯਾਦ ਰਹੂਗਾ, ਹਨਾ। ਪਹਿਲਾਂ ਇਦਾਂ ਦੇ ਵੀ ਚੱਲਦੇ ਹੁੰਦੇ ਸੀ, ਟਾਈਮ ਟਾਈਮ ਦਾ ਫਰਕ ਹੈਗਾ। ਹਾਲਾਂਕਿ ਚੀਜ਼ ਉਹੀ ਹੈ, ਉਹਨਾਂ ਦੀ ਫੰਕਸ਼ਨਿੰਗ ਉਹੀ ਹੈ, ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ। ਸੋ ਪਹਿਲੀ ਗੱਲ ਤਾਂ ਤੁਸੀਂ ਯਾਦ ਰੱਖਣੀ ਹੈ ਕਿ ਡਾਕਟਰੀ ਥਰਮਾਮੀਟਰ ਦੀ ਰੇਂਜ ਕਿੰਨੀ ਹੁੰਦੀ ਹੈ। ਰੇਂਜ ਦਾ ਮੇਰਾ ਭਾਵ ਇਹ ਹੈ, ਰੇਂਜ ਤੋਂ ਮੇਰਾ ਭਾਵ ਇਹ ਹੈ ਕਿ ਉਹ ਕਿੰਨਾ ਟੈਂਪਰੇਚਰ ਮਾਪ ਸਕਦਾ ਹੈ, ਕਿੱਥੋਂ ਤੱਕ ਮਾਪ ਸਕਦਾ ਹੈ। ਤਾਂ ਦੇਖੋ ਤੁਸੀਂ 35 ਤੋਂ ਸ਼ੁਰੂ ਹੋਇਆ ਜੀ, 35 ਡਿਗਰੀ ਸੈਲਸੀਅਸ। ਇਹ ਡਿਗਰੀ ਸੈਲਸੀਅਸ ਦੇ ਵਿੱਚ ਹੈ ਸਾਰਾ। ਟੈਂਪਰੇਚਰ ਦੀਆਂ ਤਿੰਨ ਇਕਾਈਆਂ ਹੁੰਦੀਆਂ ਨੇ, ਮੈਂ ਹੁਣੇ ਦੱਸਦਾ ਕਿਹੜੀਆਂ। ਸੋ ਇਹ 35 ਤੋਂ ਲਾਸਟ ਵਾਲਾ ਦੇਖੋ 35 ਡਿਗਰੀ ਸੈਲਸੀਅਸ ਟੂ 42 ਡਿਗਰੀ ਸੈਲਸੀਅਸ ਤੱਕ ਇਹ ਟੈਂਪਰੇਚਰ ਮਾਪੇਗਾ। ਸੋ ਪਹਿਲਾਂ ਤਾਂ ਸਿੱਧਾ ਕੁਐਸਚਨ ਪੇਪਰ ਦੇ ਵਿੱਚ ਆ ਜਾਂਦਾ ਹੈ ਕਿ ਡਾਕਟਰੀ ਥਰਮਾਮੀਟਰ ਦੀ ਰੇਂਜ ਕਿੰਨੀ ਹੁੰਦੀ ਹੈ, ਕਿਉਂਕਿ ਅੱਗੇ ਆਪਾਂ ਲੈਬ ਥਰਮਾਮੀਟਰ ਪੜਾਂਗੇ, ਉਹਦੀ ਰੇਂਜ ਹੋਰ ਹੋਊਗੀ ਕੁਝ। ਤਾਂ ਕਰਕੇ 35 ਡਿਗਰੀ ਤੋਂ 42 ਡਿਗਰੀ ਸੈਲਸੀਅਸ ਇਹ ਤੁਸੀਂ ਯਾਦ ਰੱਖਣਾ। ਹੁਣ ਮੈਂ ਗੱਲ ਕਰਦਾ ਕਿ ਟੈਂਪਰੇਚਰ ਦੀਆਂ ਤਿੰਨ ਸਕੇਲ ਹੁੰਦੀਆਂ ਨੇ ਜੀ। ਇੱਕ ਤਾਂ ਹੋ ਗਿਆ ਡਿਗਰੀ ਸੈਲਸੀਅਸ, ਇੱਕ ਹੁੰਦਾ ਡਿਗਰੀ ਫਾਰਨਹੀਟ ਜਿਸ ਦੀ ਮੈਂ ਗੱਲ ਬਾਅਦ ਦੇ ਵਿੱਚ ਕਰੂੰਗਾ, ਇੱਕ ਹੁੰਦਾ ਕੈਲਵਿਨ ਜੀ, ਕੱਲਾ ਕੇ। ਇਹ ਡਿਗਰੀ ਕੈਲਵਿਨ ਨਹੀਂ, ਕੱਲਾ ਕੇ ਹੈ। ਕੇ ਦਾ ਇੱਥੇ ਮੇਰਾ ਭਾਵ ਹੈਗਾ ਕੈਲਵਿਨ, ਠੀਕ ਹੈ। ਇਹ ਸਾਇੰਟਿਸਟ ਦੇ ਨਾਮ ਸੀਗੇ, ਉਹਨਾਂ ਨੇ ਆਪਣੇ ਨਾਮ ਤੇ ਰੱਖਤੇ। ਇਹਨੂੰ ਇਦਾਂ ਸਮਝੋ ਸਿੰਪਲ ਭਾਸ਼ਾ ਦੇ ਵਿੱਚ, ਜਿਵੇਂ ਅਗਰ ਆਪਾਂ ਕਿਸੇ ਦੀ ਲੰਬਾਈ ਮਾਪਣੀ ਆ ਤਾਂ ਛੋਟੀ ਲੰਬਾਈ ਨੂੰ ਆਪਾਂ ਨੂੰ ਪਤਾ ਕਿ ਆਪਾਂ ਸਕੇਲ ਨਾਲ ਮਾਪ ਲੈਂਦੇ ਆ ਸੈਂਟੀਮੀਟਰ ਦੇ ਵਿੱਚ। ਥੋੜੀ ਜਿਹੀ ਵੱਡੀ ਨੂੰ, ਜਿਵੇਂ ਕੱਪੜੇ ਹੋ ਗਏ, ਉਹਨੂੰ ਅਸੀਂ ਮੀਟਰ ਦੇ ਵਿੱਚ ਮਾਪਦੇ ਆ।
ਉਸ ਤੋਂ ਜ਼ਿਆਦਾ ਲੰਬੀ ਦੂਰੀ ਨੂੰ ਅਸੀਂ ਕਿਲੋਮੀਟਰ 'ਚ ਮਾਪਦੇ ਹਾਂ। ਸੋ ਸੈਂਟੀਮੀਟਰ, ਮੀਟਰ, ਕਿਲੋਮੀਟਰ, ਠੀਕ ਹੈ ਜੀ, ਇਹ ਸਾਰੀਆਂ ਦੂਰੀ ਨੂੰ ਮਾਪਣ ਦੀਆਂ ਇਕਾਈਆਂ ਨੇ। ਸਿਮਿਲਰਲੀ ਟੈਂਪਰੇਚਰ, ਤਾਪਮਾਨ ਨੂੰ ਮਾਪਣ ਦੀਆਂ ਵੀ ਤਿੰਨ ਇਕਾਈਆਂ ਨੇ। ਉਹਦੇ ਵਿੱਚੋਂ ਪਹਿਲੀ ਹੈਗੀ ਹੈ ਡਿਗਰੀ ਸੈਲਸੀਅਸ, ਦੂਜੀ ਹੈਗੀ ਹੈ ਡਿਗਰੀ ਫਾਰਨਹੀਟ, ਤੀਸਰੀ ਹੈ ਕੈਲਵਿਨ। ਠੀਕ ਹੈ, ਤਾਂ ਇਹ ਜੋ ਸਕੇਲ ਦਿੱਤਾ ਹੋਇਆ ਹੈ ਆਪਾਂ ਨੂੰ ਕਾਹਦੇ ਵਿੱਚ ਦਿੱਤਾ ਹੋਇਆ, ਉੱਤੇ 0 ਦਾ ਮਤਲਬ ਹੁੰਦਾ ਡਿਗਰੀ, ਡਿਗਰੀ ਸੈਲਸੀਅਸ ਦੇ ਵਿੱਚ ਦਿੱਤਾ ਹੋਇਆ। ਹੁਣ ਇਹਦੇ ਵਿੱਚ ਕੁਝ ਫਾਰਮੂਲੇ ਨੇ ਕਿ ਆਪਾਂ ਇੱਕ ਦੂਜੇ ਦੇ ਵਿੱਚ ਇਹਨਾਂ ਨੂੰ ਕਿਵੇਂ ਬਦਲ ਸਕਦੇ ਹਾਂ, ਜਿੱਥੋਂ ਆਪਾਂ ਨੂੰ ਮੈਥ ਦੇ ਵਿੱਚ ਵੀ ਅਤੇ ਲਾਸਟ ਈਅਰ ਆਪਾਂ ਨੂੰ ਪੀਐਸਟੈਟ ਦੇ ਸਾਇੰਸ ਦੇ ਵਿੱਚ ਵੀ ਕੁਐਸਚਨ ਆਇਆ ਹੋਇਆ, ਈਵੀਐਸ ਦੇ ਵਿੱਚ ਵੀ ਕੁਐਸਚਨ ਆਇਆ ਹੋਇਆ। ਤਾਂ ਕਰਕੇ ਇਹਨੂੰ ਥੋੜਾ ਜਿਹਾ ਦੁਆ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਕਿ ਕਿਵੇਂ ਇਹਦੀ ਫੰਕਸ਼ਨਿੰਗ ਹੈ, ਕੀ ਸਾਰਾ ਕੁਝ ਹੋਊਗਾ। ਸੋ ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਇਹਨੂੰ ਦੇਖ ਲੈਂਦੇ ਹਾਂ। ਦੇਖੋ ਇਹਦੇ ਵਿੱਚ ਬੱਲਬ ਹੈ ਜੀ। ਥਰਮਾਮੀਟਰ ਤੇ ਥੋੜਾ ਵਾਪਸ ਆ ਜਾਓ। ਜਦੋਂ ਆਪਾਂ ਇਹਨੂੰ ਕੱਛ ਦੇ ਵਿੱਚ ਜਾਂ ਮੂੰਹ ਦੇ ਵਿੱਚ, ਜੀਭ ਦੇ ਥੱਲੇ ਰੱਖਿਆ ਜਾਂਦਾ ਹੈ ਨਾ ਥਰਮਾਮੀਟਰ, ਜਿਵੇਂ ਬੁਖਾਰ ਚੈੱਕ ਹੁੰਦਾ ਹੈਗਾ, ਤਾਂ ਇਹ ਅਗਲੇ ਸਿਰੇ ਨੂੰ ਅਸੀਂ ਬੱਲਬ ਬੋਲ ਦਿੰਦੇ ਹਾਂ ਇਹਨੂੰ। ਇੱਥੇ ਦੇਖੋ ਧਿਆਨ ਨਾਲ, ਥੋੜਾ ਜਿਹਾ ਡਿਪ ਹੈ, ਮਤਲਬ ਥੱਲੇ ਨੂੰ ਤੰਗ ਜੀ ਨਲੀ ਹੈ, ਇਹਨੂੰ ਅਸੀਂ ਬੋਲਦੇ ਹਾਂ ਗੰਢ। ਗੰਢ ਨੂੰ ਇੰਗਲਿਸ਼ ਵਾਲੇ ਅਗਰ ਕੋਈ ਸਟੂਡੈਂਟ ਹੈ ਤਾਂ ਨੋਟ ਕਰ ਸਕਦਾ, ਕਿੰਕ ਬੋਲਦੇ ਹਾਂ ਅਸੀਂ, KINK, ਕਿੰਕ, ਗੰਢ। ਤਾਂ ਇੱਥੋਂ ਇੱਕ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਬਣ ਸਕਦਾ ਕਿ ਗੰਢ ਦਾ ਕੀ ਕੰਮ ਹੈ। ਦੇਖੋ ਟੈਂਪਰੇਚਰ ਕਿਵੇਂ ਚੈੱਕ ਹੁੰਦਾ ਜੀ, ਆਹ ਵਾਲੀ ਜਗ੍ਹਾ ਤੇ ਪਾਰਾ ਹੁੰਦਾ ਹੈਗਾ। ਡਾਕਟਰੀ ਥਰਮਾਮੀਟਰ ਦੇ ਵਿੱਚ ਜਾਂ ਥਰਮਾਮੀਟਰ ਦੇ ਵਿੱਚ ਕੀ ਹੁੰਦਾ ਹੈਗਾ, ਪਾਰਾ। ਪਾਰੇ ਨੂੰ ਅਸੀਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਮਰਕਰੀ। ਪਾਰੇ ਨੂੰ ਇੰਗਲਿਸ਼ ਦੇ ਵਿੱਚ ਬੋਲਦੇ ਆ ਮਰਕਰੀ। ਜਦੋਂ ਆਪਾਂ ਉਹਨੂੰ ਮੂੰਹ ਦੇ ਵਿੱਚ ਜਾਂ ਜੀਭ ਦੇ ਨੀਚੇ ਰੱਖਿਆ ਤਾਂ ਕੀ ਹੁੰਦਾ, ਕਿਉਂਕਿ ਅਗਰ ਕਿਸੇ ਨੂੰ ਬੁਖਾਰ ਹੋਊਗਾ ਨਾ, ਤਾਂ ਇਹ ਜਿਹੜਾ ਪਾਰਾ ਉਹਦਾ ਲੈਵਲ ਵਧਣ ਲੱਗ ਜਾਂਦਾ। ਪਾਰਾ ਇੱਕ ਧਾਤ ਹੁੰਦੀ ਹੈ, ਪਾਰਾ ਇੱਕ ਮੈਟਲ ਹੁੰਦੀ ਹੈ, ਧਾਤ ਹੁੰਦੀ ਹੈ। ਬਾਕੀ ਸਾਰੀਆਂ ਧਾਤਾਂ ਠੋਸ ਹੁੰਦੀਆਂ ਨੇ, ਸੋਲਿਡ ਹੁੰਦੀਆਂ ਨੇ। ਸਿਰਫ ਮਰਕਰੀ ਹੀ ਇਦਾਂ ਦੀ ਧਾਤ ਹੈ ਜਿਹੜੀ ਆਮ ਤਾਪਮਾਨ ਤੇ ਤਰਲ ਅਵਸਥਾ 'ਚ ਹੁੰਦੀ ਹੈ, ਮਤਲਬ ਪਾਣੀ ਵਰਗੀ ਹੁੰਦੀ ਹੈ, ਤਰਲ ਅਵਸਥਾ ਦੇ ਵਿੱਚ ਹੁੰਦੀ ਹੈ। ਠੋਸ ਤਰਲ ਦੀ ਆਪਾਂ ਇੱਥੇ ਵੀ ਗੱਲ ਕਰਾਂਗੇ। ਇਹ ਵੀ ਕਾਈਂਡਲੀ ਤੁਸੀਂ ਲਾਈਨ ਨੂੰ ਨੋਟ ਕਰ ਲਓ, ਬੜੇ ਛੋਟੇ ਛੋਟੇ ਪੁਆਇੰਟ ਨਿਕਲਦੇ ਨੇ। ਪੇਪਰ ਦੇ ਵਿੱਚ ਪੁੱਛਿਆ ਗਿਆ ਹੈਗਾ, ਇਹ ਨਹੀਂ ਕਿ ਨਹੀਂ ਪੁੱਛਿਆ ਗਿਆ, ਕਿ ਇੱਕ ਧਾਤ ਜਾਂ ਮੈਟਲ ਦਾ ਨਾਮ ਦੱਸੋ ਜਿਹੜੀ ਕਿ ਆਮ ਤਾਪਮਾਨ ਤੇ ਤਰਲ ਹੁੰਦੀ ਹੈ, ਤਰਲ ਅਵਸਥਾ 'ਚ ਹੁੰਦੀ ਹੈ। ਠੀਕ ਹੈ ਜੀ, ਇੱਥੇ ਉੱਤੇ ਲਿਖ ਦਿੰਦਾ ਮੈਂ ਤਰਲ ਅਵਸਥਾ। ਤਰਲ ਦਾ ਮਤਲਬ ਪਾਣੀ ਵਰਗੀ ਹੁੰਦੀ ਹੈ। ਤਾਂ ਉਹ ਕਿਹੜੀ ਹੈ, ਇੱਕੋ ਇੱਕ ਮੈਟਲ ਹੈ ਜਿਹੜੀ ਡਾਕਟਰੀ ਥਰਮਾਮੀਟਰ ਦੇ ਵਿੱਚ ਪਾਈ ਜਾਂਦੀ ਹੈ, ਪਾਰਾ ਜਾਂ ਕਹ ਲਓ ਮਰਕਰੀ। ਠੀਕ ਹੈ, ਇਹ ਲਾਈਨ ਤੁਸੀਂ ਯਾਦ ਰੱਖਣੀ ਹੈ। ਹੁਣ ਜਦੋਂ ਆਪਾਂ ਉਹਨੂੰ ਜੀਭ ਦੇ ਨੀਚੇ ਲਈ ਆਪਾਂ ਗੱਲ ਕਰ ਰਹੇ ਸੀ ਤਾਂ ਕੀ ਹੁੰਦਾ ਜੀ, ਪਾਰਾ ਐਕਸਪੈਂਡ ਹੋਣ ਲੱਗ ਜਾਂਦਾ ਹੈ ਨਾ, ਇਹਦਾ ਲੈਵਲ ਇਦਾਂ ਵਧਣ ਲੱਗ ਜਾਂਦਾ। ਦੇਖੋ ਧਿਆਨ ਨਾਲ, ਇਦਾਂ ਵਧੀ ਗਿਆ ਵਧੀ ਗਿਆ, ਇਸ ਤਰੀਕੇ ਨਾਲ ਜਾਂਦਾ ਹੈਗਾ। ਹਾਲਾਂਕਿ ਇਹ ਤਾਂ ਟੈਂਪਰੇਚਰ ਜਿਹੜਾ ਥਰਮਾਮੀਟਰ ਹੈ ਉਹ ਆਪਾਂ ਨੂੰ ਡਿਗਰੀ ਸੈਲਸੀਅਸ ਵਾਲਾ ਹੈ, ਇਹ ਡਿਗਰੀ ਫਾਰਨਹੀਟ ਵਾਲੇ ਵੀ ਹੁੰਦੇ ਆ ਮਾਪਣ ਦੇ ਵਿੱਚ। ਤਾਂ ਇੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਬੁਖਾਰ ਹੈ, ਵੀ ਉਹਦਾ ਲੈਵਲ ਕਿੱਥੇ ਜੇ ਜਾਂਦਾ ਹੈਗਾ। ਵੈਸੇ ਆਪਣਾ ਮਨੁੱਖੀ ਜਿਹੜਾ ਤਾਪਮਾਨ ਹੈ ਡਿਗਰੀ ਸੈਲਸੀਅਸ ਦੇ ਵਿੱਚ, ਆਪਣਾ ਨਾਰਮਲ ਤਾਪਮਾਨ ਹੁੰਦਾ ਜੀ 37 ਡਿਗਰੀ ਸੈਲਸੀਅਸ। ਠੀਕ ਹੈ, ਆਪਣਾ ਮਨੁੱਖੀ ਸਰੀਰ ਦਾ ਜਿਹੜਾ ਨਾਰਮਲ ਟੈਂਪਰੇਚਰ ਹੁੰਦਾ, ਤਾਪਮਾਨ ਹੁੰਦਾ ਡਿਗਰੀ ਸੈਲਸੀਅਸ ਦੇ ਵਿੱਚ, ਉਹ ਕਿੰਨਾ ਹੁੰਦਾ 37 ਡਿਗਰੀ ਸੈਲਸੀਅਸ। ਇਹਦਾ ਮਤਲਬ ਅਗਰ ਕਿਸੇ ਦਾ ਤਾਪਮਾਨ 37 ਹੈ ਤਾਂ ਉਹ ਠੀਕ ਹੈ, ਨਾਰਮਲ ਹੈ। ਜਿਸ ਤੋਂ ਵਧੂਗਾ ਤਾਂ ਇਹਦਾ ਮਤਲਬ ਉਹਨੂੰ ਬੁਖਾਰ ਹੈਗਾ। ਠੀਕ ਹੈ ਜੀ, ਇਹਦਾ ਮਤਲਬ ਉਹਨੂੰ ਬੁਖਾਰ ਹੈਗਾ। ਮੇ ਬੀ ਹੁਣ ਤੁਹਾਡੇ ਦਿਮਾਗ ਦੇ ਵਿੱਚ ਬਹੁਤਿਆਂ ਦੇ ਆ ਰਿਹਾ ਹੋਵੇ ਕਿ ਜਿਹੜਾ ਆਪਣਾ ਟੈਂਪਰੇਚਰ ਹੈ, ਜੋ ਆਪਾਂ ਮਾਪਦੇ ਹਾਂ, ਆਪਾਂ ਤਾਂ ਐਂ ਕਹਿੰਦੇ ਆ ਕਿ ਇਹਦਾ ਬੁਖਾਰ 100 ਤੋਂ ਵੱਧ ਗਿਆ ਜੀ, 100 ਤੋਂ ਵੱਧ ਗਿਆ, ਇਹਦਾ ਬੁਖਾਰ 102 ਹੋ ਗਿਆ, 104 ਹੋ ਗਿਆ। ਤਾਂ ਉਹਦੇ ਲਈ ਮੈਂ ਦੱਸ ਦਿਆਂ ਕਿ ਉਹ ਜੋ ਆਪਾਂ ਮਾਪਦੇ ਹਾਂ ਉਹ ਆਪਾਂ ਡਿਗਰੀ ਫਾਰਨਹੀਟ 'ਚ ਮਾਪਦੇ ਹਾਂ ਜੀ, ਡਿਗਰੀ ਫਾਰਨਹੀਟ 'ਚ ਆਪਾਂ ਮਾਪਦੇ ਹਾਂ ਉਹ। ਠੀਕ ਹੈ, ਉਹ ਆਪਾਂ ਡਿਗਰੀ ਸੈਲਸੀਅਸ 'ਚ ਨਹੀਂ ਮਾਪਦੇ, ਤਾਂ ਕਰਕੇ ਉਹ ਡਿਗਰੀ ਫਾਰਨਹੀਟ ਥੋੜੀ ਜਿਹੀ ਵੱਡੀ ਇਕਾਈ ਹੈ ਕਾਦੀ, ਟੈਂਪਰੇਚਰ ਦੀ। ਤੇ ਕੈਲਵਿਨ ਉਸ ਤੋਂ ਵੱਡੀ ਹੈ, ਤਾਂ ਸਭ ਤੋਂ ਛੋਟੀ ਡਿਗਰੀ ਸੈਲਸੀਅਸ, ਫਿਰ ਡਿਗਰੀ ਫਾਰਨਹੀਟ, ਫਿਰ ਕੈਲਵਿਨ। ਅਗਰ ਮੈਂ ਗੱਲ ਕਰਾਂ, ਇੱਥੇ ਧਿਆਨ ਨਾਲ ਨੋਟ ਕਰੋ, ਆਪਾਂ ਨੋਟ ਕਰ ਲੈਂਦੇ ਹਾਂ। ਡਿਗਰੀ ਸੈਲਸੀਅਸ ਸਾਡੇ ਬੋਡੀ ਦਾ ਕਿੰਨਾ ਟੈਂਪਰੇਚਰ ਨਾਰਮਲ ਹੈ, 37। ਜੇ ਮੈਂ ਫਾਰਨਹੀਟ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਹੋ ਜਾਊਗਾ ਜੀ 98.6, 98.6, 986 ਨਹੀਂ ਹੈਗਾ ਇਹ, ਕਾਈਂਡਲੀ ਇਹਨੂੰ ਨੋਟ ਕਰ ਲਓ, ਇਹ ਹੈਗਾ 98.6 ਡਿਗਰੀ ਫਾਰਨਹੀਟ। ਜੇ ਮੈਂ ਕੈਲਵਿਨ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਹੋ ਜਾਊਗਾ ਆਪਣਾ 310 ਕੈਲਵਿਨ, ਉਹਦੇ ਵਿੱਚ ਹੋ ਜਾਊਗਾ 310 ਕੈਲਵਿਨ। ਠੀਕ ਹੈ, ਇਹ ਕਾਈਂਡਲੀ ਤੁਸੀਂ ਤਿੰਨੇ ਨੋਟ ਕਰ ਲਓ, ਕਿਉਂਕਿ ਆਪਾਂ ਨੂੰ ਕਈ ਵਾਰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ। ਮੈਂ ਦੁਬਾਰਾ ਫੇਰ ਰਿਪੀਟ ਕਰ ਦੇਣਾ, ਕਾਫੀ ਗੱਲਾਂ ਜੀਆਂ ਹੋ ਗਈਆਂ ਕਿ ਆਪਣਾ ਡਿਗਰੀ ਸੈਲਸੀਅਸ ਦੇ ਵਿੱਚ ਕਿੰਨਾ ਨਾਰਮਲ ਟੈਂਪਰੇਚਰ ਹੈ, 37। ਡਿਗਰੀ ਫਾਰਨਹੀਟ ਦੇ ਵਿੱਚ ਕਿੰਨਾ, 98.6। ਤੇ ਕੈਲਵਿਨ ਦੇ ਵਿੱਚ ਕਿੰਨਾ ਹੋਊਗਾ, 310 ਕੈਲਵਿਨ। ਹਾਲਾਂਕਿ ਮੋਸਟਲੀ ਆਪਾਂ ਕਾਦੇ ਵਿੱਚ ਮਾਪਦੇ ਹਾਂ ਜੀ, ਡਿਗਰੀ ਫਾਰਨਹੀਟ ਦੇ ਵਿੱਚ। ਤਾਂ ਕਰਕੇ ਜੇ ਕਿਸੇ ਦਾ ਟੈਂਪਰੇਚਰ 99 ਹੈ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਨਾਰਮਲ ਹੈ, ਕੋਈ ਜ਼ਿਆਦਾ ਬੁਖਾਰ ਨਹੀਂ। 98.6 ਮਤਲਬ 99, ਕੋਈ ਜ਼ਿਆਦਾ ਨਹੀਂ। ਹਾਂ, ਜੇ 100 ਜਾਂ 100 ਤੋਂ ਟੱਪ ਜੇ, ਇਟ ਮੀਨਸ ਕਿ ਥੋੜੀ ਟੈਨਸ਼ਨ ਵਾਲੀ ਸਿਚੁਏਸ਼ਨ ਹੈ, ਕਿ ਉਹਨੂੰ ਫੀਵਰ ਹੈਗਾਗਾ। ਆਈ ਹੋਪ ਕਿ ਇੱਥੋਂ ਤੱਕ ਤੁਹਾਨੂੰ ਸਮਝ ਆ ਗਿਆ ਹੋਊਗਾ। ਹੁਣ ਹੋ ਸਕਦਾ ਬਹੁਤਿਆਂ ਦੇ ਦਿਮਾਗ 'ਚ ਕੁਐਸਚਨ ਉੱਠ ਰਿਹਾ ਹੋਵੇ ਕਿ 37 ਡਿਗਰੀ ਕਿਵੇਂ, ਫਿਰ ਇਹਨੂੰ ਕਿਵੇਂ ਬਦਲਾਂਗੇ ਫਾਰਨਹੀਟ ਦੇ ਵਿੱਚ। ਉਹਦੀ ਗੱਲ ਮੈਂ ਇੱਥੇ ਕਰੂੰਗਾ ਜਿੱਥੇ ਮੈਂ ਨੀਚੇ ਇਹਨਾਂ ਤਿੰਨਾਂ ਨੂੰ ਲਿਖਿਆ ਹੋਇਆ ਹੈਗਾ।
ਹੁਣ ਆਪਾਂ ਗੱਲ ਕਰ ਰਹੇ ਸੀ ਗੰਢ ਦੀ, ਵਾਪਸ ਉੱਥੇ ਆ ਜਾਂਦੇ ਆ। ਹੁਣ ਆਪਾਂ ਇੱਥੇ ਗੱਲ ਕਰ ਰਹੇ ਸੀ ਜੀ ਗੰਢ ਦੀ, ਵੀ ਗੰਢ ਦਾ ਕੀ ਕੰਮ ਹੈ। ਗੰਢ ਦਾ ਕੰਮ ਇਹ ਹੈ ਜੀ, ਜਦੋਂ ਕਿਸੇ ਨੇ ਜੀਭ ਨੀਚੇ ਥਰਮਾਮੀਟਰ ਰੱਖਿਆ ਤਾਂ ਮਰਕਰੀ ਦਾ ਲੈਵਲ ਮੰਨ ਲਓ ਇਸ ਤਰੀਕੇ ਨਾਲ ਵਧੀ ਗਿਆ ਉਹਦੇ ਵਿੱਚ, ਤੇ ਉਸ ਤੋਂ ਬਾਅਦ ਜਦੋਂ ਆਪਾਂ ਮੂੰਹ ਦੇ ਵਿੱਚੋਂ ਕੱਢਦੇ ਆ, ਜਦੋਂ ਮੂੰਹ ਦੇ ਵਿੱਚੋਂ ਕੱਢਦੇ ਆ ਤਾਂ ਟੈਂਪਰੇਚਰ ਥਰਮਾਮੀਟਰ ਠੰਡਾ ਹੋਣ ਕਾਰਨ ਜਿਹੜਾ ਮਰਕਰੀ ਆ ਉਹ ਫਿਰ ਥੱਲੇ ਨੂੰ ਆਉਣਾ ਸ਼ੁਰੂ ਹੋ ਜਾਊਗਾ। ਪਰ ਇਹ ਗੰਢ ਇੱਕ ਭੀੜਾ ਜਿਹਾ ਰਸਤਾ, ਇੱਥੇ ਦੇਖੋ ਧਿਆਨ ਨਾਲ ਇਹਨੂੰ, ਇਹ ਥਰਮਾਮੀਟਰ ਨੂੰ ਮੂੰਹ ਵਿੱਚੋਂ ਕੱਢਣ ਤੋਂ ਬਾਅਦ ਕਿ ਪਾਰਾ ਛੇਤੀ ਛੇਤੀ ਥੱਲੇ ਨਾ ਆ ਜਾਏ, ਉਹ ਹੌਲੀ ਹੌਲੀ ਆਵੇ, ਇੰਨਾ ਕੁ ਟਾਈਮ ਡਾਕਟਰ ਨੂੰ ਮਿਲ ਜੇ ਕਿ ਉਹ ਥਰਮਾਮੀਟਰ ਦੀ ਰੀਡਿੰਗ ਨੋਟ ਕਰ ਲੇ ਕਿ ਇਹਨੂੰ ਕਿੰਨਾ ਕੁ ਬੁਖਾਰ ਹੈ। ਤਾਂ ਪਾਰੇ ਨੂੰ ਇੱਕੇਦਮ ਥੱਲੇ ਡਿੱਗਣ ਤੋਂ ਕੌਣ ਰੋਕਦੀ ਹੈ ਜੀ? ਗੰਢ ਰੋਕਦੀ ਆ। ਸੋ ਕਿੰਕ ਦਾ ਕੀ ਕੰਮ ਹੈਗਾ ਡਾਕਟਰੀ ਥਰਮਾਮੀਟਰ ਦੇ ਵਿੱਚ? ਤੁਸੀਂ ਲਿਖਣਾ ਕਿ ਮਰਕਰੀ ਨੂੰ ਇੱਕੇਦਮ, ਮਰਕਰੀ ਦੇ ਲੈਵਲ ਨੂੰ ਇੱਕੇਦਮ ਨੀਚੇ ਨਹੀਂ ਡਿੱਗਣ ਦਿੰਦੀ। ਠੀਕ ਹੈ ਜੀ, ਇਹ ਗੰਢ ਦਾ ਕੰਮ ਹੈ। ਹੋਪਫੁਲੀ ਇਹ ਚੀਜ਼ਾਂ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਹਾਂ, ਹੁਣ ਆਪਾਂ ਮੇਨ ਗੱਲ ਕਰਦੇ ਹਾਂ ਯੂਨਿਟ ਕਨਵਰਸ਼ਨ ਦੀ, ਕਿਉਂਕਿ ਮੈਨੂੰ ਇਹ ਲੱਗਦਾ ਕਿ ਮੈਂ ਤੁਹਾਨੂੰ ਬਹੁਤ ਕੁਝ ਦੱਸ ਚੁੱਕਾਂਗਾ, ਤਾਂ ਕਰਕੇ ਜਿੰਨੀਆਂ ਵੀ ਮੈਂ ਤੁਹਾਨੂੰ ਛੋਟੀਆਂ-ਛੋਟੀਆਂ ਗੱਲਾਂ ਦੱਸ ਦਾਂਗਾ ਇਹਨਾਂ ਸਾਰਿਆਂ ਨੂੰ ਨੋਟ ਕਰ ਲਓ, ਕਿਉਂਕਿ ਸਕਰੀਨ ਤੇ ਤਾਂ ਬਹੁਤ ਘੱਟ ਲਿਖਿਆ ਹੋਇਆ ਹੈਗਾ, ਸਕਰੀਨ ਤੇ ਬਹੁਤ ਘੱਟ ਲਿਖਿਆ। ਨਾਲੇ ਆਪਾਂ ਹੁਣ ਰੇਜ਼ ਕਰ ਲੈਂਦੇ ਹਾਂ, ਨਾ ਮੈਂ ਤੁਹਾਨੂੰ ਰਿਪੀਟ ਕਰ ਦਿੰਨਾਗਾ ਕਿ ਆਪਾਂ ਹੀਟ ਵਾਲੇ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਟੈਂਪਰੇਚਰ ਬਾਰੇ ਪੜ੍ਹਦੇ ਪਏ ਹਾਂ ਜੀ। ਠੀਕ ਹੈ, ਟੈਂਪਰੇਚਰ ਮਤਲਬ ਤਾਪਮਾਨ। ਸੋ ਅਗਰ ਆਪਾਂ ਆਪਣੇ ਸਰੀਰ ਦਾ ਤਾਪਮਾਨ ਮਾਪਣਾ ਹੋਵੇ ਤਾਂ ਆਪਾਂ ਨੂੰ ਡਾਕਟਰੀ ਥਰਮਾਮੀਟਰ ਦੀ ਵਰਤੋਂ ਕਰਨੀ ਪਊਗੀ। ਉਹਦੀ ਰੇਂਜ ਕਿੰਨੀ ਹੁੰਦੀ ਹੈ ਡਿਗਰੀ ਸੈਲਸੀਅਸ ਦੇ ਵਿੱਚ? 35 ਤੋਂ ਲੈ ਕੇ 42 ਡਿਗਰੀ ਸੈਲਸੀਅਸ ਹੁੰਦੀ ਹੈ। ਠੀਕ ਹੈ, ਉਹਦੇ ਵਿੱਚ ਕਿਹੜੀ ਧਾਤ ਪਾਈ ਜਾਂਦੀ ਹੈ? ਉਹਦੇ ਵਿੱਚ ਮਰਕਰੀ ਆ ਗਈ ਜੀ। ਕਿਹੜੀ ਮੈਟਲ ਹੁੰਦੀ ਹੈ? ਮਰਕਰੀ ਹੋ ਗਈ, ਪਾਰਾ ਜਿਹਨੂੰ ਅਸੀਂ ਬੋਲ ਦਿੰਦੇ ਆ। ਉਹਦੇ ਵਿੱਚ ਗੰਢ ਦਾ ਕੀ ਕੰਮ ਹੈ? ਪਾਰੇ ਦੇ ਲੈਵਲ ਨੂੰ ਨੀਚੇ ਨਹੀਂ ਡਿੱਗਣ ਦਿੰਦੀ। ਠੀਕ ਹੈ, ਤੇ ਆਪਣਾ ਨਾਰਮਲ ਟੈਂਪਰੇਚਰ ਕਿੰਨਾ ਗਾ? ਉਹ ਅਲੱਗ-ਅਲੱਗ ਸਕੇਲ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਡਿਗਰੀ ਸੈਲਸੀਅਸ ਦੇ ਵਿੱਚ 37 ਹੈ, ਫਾਰਨਹੀਟ ਦੇ ਵਿੱਚ 98.6 ਹੈ, ਅਤੇ ਕੈਲਵਿਨ ਦੇ ਵਿੱਚ 310 ਕੈਲਵਿਨ ਹੈ। ਠੀਕ ਹੈ, ਹੁਣ ਇੱਥੇ ਇਹ ਕਿਵੇਂ ਹੋ ਗਿਆ ਹਨਾ? ਇੱਥੋਂ ਆਪਾਂ ਨੂੰ ਹੋਰ ਕਿਹੜੇ ਕੁਐਸਚਨ ਉੱਠ ਸਕਦੇ ਆ, ਉੱਥੇ ਤੁਸੀਂ ਥੋੜਾ ਜਿਹਾ ਧਿਆਨ ਦਿਓ ਇੱਥੇ, ਕਿਉਂਕਿ ਕੁਐਸਚਨ ਆਏ ਹੋਏ ਆਪਾਂ ਨੂੰ। ਤਾਂ ਇਹਦੇ ਵਿੱਚ ਦੇਖੋ, ਸਭ ਤੋਂ ਪਹਿਲਾਂ ਤਾਂ ਇੱਕ ਮੈਂ ਡਿਗਰੀ ਸੈਲਸੀਅਸ ਲੈਣਾ, ਇੱਕ ਕੈਲਵਿਨ ਲੈਣਾ। ਅਗਰ ਮੈਨੂੰ ਦੇਤਾ ਕਿ 37 ਡਿਗਰੀ ਸੈਲਸੀਅਸ ਹੈ, ਇਹਨੂੰ ਕੈਲਵਿਨ ਚ ਬਦਲੋ, ਇਹਨੂੰ ਕੈਲਵਿਨ ਚ ਬਦਲੋ, ਤਾਂ ਡਿਗਰੀ ਸੈਲਸੀਅਸ ਨੂੰ ਕੈਲਵਿਨ ਚ ਬਦਲਣ ਦਾ ਕੀ ਤਰੀਕਾ ਹੁੰਦਾ ਹੈ? ਜਿੰਨਾ ਡਿਗਰੀ ਸੈਲਸੀਅਸ ਦੇ ਵਿੱਚ ਦਿੱਤਾ ਹੋਵੇ ਉਹਦੇ ਵਿੱਚ 273 ਜੋੜ ਦਿਓ। ਕਾਈਂਡਲੀ ਨੋਟ ਕਰ ਲਓ ਇੱਥੇ, ਜਿੰਨਾ ਡਿਗਰੀ ਸੈਲਸੀਅਸ ਦੇ ਵਿੱਚ ਦਿੱਤਾ ਹੋਵੇ ਉਹਦੇ ਵਿੱਚ 273 ਜੋੜਨਾ ਤੁਸੀਂ। ਤਾਂ 37 ਦੇ ਵਿੱਚ 273 ਜੋੜ ਕੇ ਕਿੰਨਾ ਬਣ ਜਾਊਗਾ? 310। ਤਾਂ 37 ਡਿਗਰੀ ਸੈਲਸੀਅਸ ਕੈਲਵਿਨ ਦੇ ਵਿੱਚ ਕਿੰਨਾ ਹੋ ਗਿਆ ਜੀ? 310 ਕੈਲਵਿਨ। ਸੋ ਇਸ ਤਰੀਕੇ ਨਾਲ ਇਹ ਚੇਂਜ ਹੋਇਆ, ਜਿਵੇਂ ਮੈਂ ਤੁਹਾਨੂੰ ਇੱਥੇ ਉੱਪਰ ਦੱਸਿਆ ਸੀਗਾ। ਸਿਮਿਲਰਲੀ ਜੇ ਇੱਥੇ 25 ਲਿਖ ਲਓ, ਠੀਕ ਹੈ, ਇੱਕ ਐਗਜ਼ਾਮਪਲ ਹੋਰ ਕਰ ਲੈਂਦੇ ਆ। ਸੋ 25 ਦੇਖੋ, ਜੇ ਮੈਂ ਇੱਥੇ 25 ਲਿਖ ਲਿਆ, 25 ਡਿਗਰੀ ਸੈਲਸੀਅਸ ਕੈਲਵਿਨ ਚ ਕਿੰਨਾ ਹੋਊਗਾ? ਤਾਂ 273 ਚ 25 ਜੋੜ ਦਿਓ, 25 ਆਪਣੇ ਆਪ ਜੋੜ ਕੇ ਦੇਖਿਓ, ਤਾਂ ਇਹ ਬਣ ਜਾਊਗਾ ਜੀ 298 ਕੈਲਵਿਨ। ਇਹ ਹੋ ਜਾਊਗਾ ਤੁਹਾਡਾ 298 ਕੈਲਵਿਨ। ਸੋ ਇੱਕ ਤਾਂ ਇਹ ਵਾਲੀ ਟਾਈਪ ਹੈ ਜਿੱਥੋਂ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਬਣ ਸਕਦੇ ਆ। ਹਾਂ, ਜੇ ਤੁਹਾਡੇ ਦਿਮਾਗ ਦੇ ਵਿੱਚ ਕੁਐਸਚਨ ਆ ਰਿਹਾ ਕਿ ਜੇ ਆਪਾਂ ਨੂੰ ਕੈਲਵਿਨ ਦੇ ਵਿੱਚ ਦਿੱਤਾ ਫਿਰ ਕੀ ਕਰਨਾਗਾ, ਤਾਂ ਫਿਰ ਉਲਟਾ ਕਰ ਦਿਓ। ਜੇ ਤੁਹਾਨੂੰ ਕੈਲਵਿਨ ਦੇ ਵਿੱਚ ਦਿੱਤਾ, ਮੰਨ ਲਓ ਤੁਹਾਨੂੰ ਇਹੀ ਦਿੱਤਾ ਕਿ 310 ਕੈਲਵਿਨ ਹੈ, ਉਹਨੂੰ ਡਿਗਰੀ ਸੈਲਸੀਅਸ ਚ ਬਦਲੋ, ਫਿਰ 310 ਦੇ ਵਿੱਚੋਂ 273 ਘਟਾ ਦਿਓ। ਜੇ ਵੱਡੀ ਯੂਨਿਟ ਦਿੱਤੀ ਹੈ ਕੈਲਵਿਨ ਵਾਲੀ, ਤਾਂ ਉਹਦੇ ਵਿੱਚੋਂ 273 ਘਟਾ ਦਿਓ, ਤਾਂ 37 ਆਊਗਾ ਤੁਹਾਡਾ। ਤਾਂ ਉਲਟਾ ਵੀ ਕਰ ਸਕਦੇ ਹੋ। ਹੁਣ ਇੱਕ ਬੜਾ ਇੰਪੋਰਟੈਂਟ ਹੋਰ ਫਾਰਮੂਲਾ ਦੇਖੋ, ਫਾਰਨਹੀਟ ਵਾਲਾ। ਸੋ ਡਿਗਰੀ ਫਾਰਨਹੀਟ ਦਿੱਤਾ ਜੀ ਆਪਾਂ ਨੂੰ, ਡਿਗਰੀ ਫਾਰਨਹੀਟ ਦੇ ਉੱਪਰ ਮੈਂ ਡਿਗਰੀ ਪਾਈ ਇਜ਼ ਇਕੁਅਲ ਟੂ 9/5 ਡਿਗਰੀ ਸੈਲਸੀਅਸ ਪਲੱਸ 32। ਇਹ ਫਾਰਮੂਲਾ ਤੁਸੀਂ ਯਾਦ ਰੱਖਣਾ ਹੈਗਾ। ਮੈਂ ਸਮਝ ਸਕਦਾ ਥੋੜਾ ਜਿਹਾ ਵੱਡਾ ਫਾਰਮੂਲਾ ਹੈਗਾ, ਪਰ ਇਹਦੇ ਵਿੱਚੋਂ ਆਪਾਂ ਨੂੰ ਕੁਐਸਚਨ ਆਇਆ ਹੋਇਆ ਜੀ, ਰੀਸੈਂਟ ਹੀ ਆਇਆ ਹੋਇਆ ਆਪਾਂ ਨੂੰ, ਮਤਲਬ ਕੋਈ ਬਹੁਤ ਟਾਈਮ ਨਹੀਂ ਹੋਇਆ, 2-3 ਸਾਲ ਪਹਿਲਾਂ ਹੀ ਆਇਆ ਹੋਇਆ। ਤੇ ਆਇਆ ਵੀ ਕਾਦੇ ਵਿੱਚ ਹੋਇਆ? ਮੈਥ ਦੇ ਵਿੱਚ ਆਇਆ ਹੋਇਆ। ਠੀਕ ਹੈ, ਤਾਂ ਕਰਕੇ ਇਹ ਚੀਜ਼ਾਂ ਇੰਪੋਰਟੈਂਟ ਨੇ। ਸੋ ਸਾਇੰਸ ਈਵੀਐਸ ਇੱਕ ਦੂਸਰੇ ਨਾਲ ਲਿੰਕ ਨੇ ਆਪਸ ਦੇ ਵਿੱਚ। ਤਾਂ ਹੁਣ ਦੇਖੋ ਕਿਵੇਂ ਇਸ ਚੀਜ਼ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਅੱਗੇ ਕੰਟੀਨਿਊ ਕਰ ਸਕਦੇ ਹੋ। ਮੰਨ ਲਓ ਆਪਾਂ ਨੂੰ ਦੇਤਾ ਜੀ 25 ਡਿਗਰੀ ਸੈਲਸੀਅਸ, ਆਪਾਂ ਨੂੰ ਦੇਤਾ 25 ਡਿਗਰੀ ਸੈਲਸੀਅਸ, ਉਹੀ ਕਿ ਇਹਨੂੰ ਤੁਸੀਂ ਬਦਲੋ ਡਿਗਰੀ ਫਾਰਨਹੀਟ ਦੇ ਵਿੱਚ। ਤਾਂ ਕੈਲਵਿਨ ਤਾਂ ਆਪਾਂ ਬਦਲ ਲਿਆ, 298 ਹੋ ਗਿਆ। ਤਾਂ ਡਿਗਰੀ ਫਾਰਨਹੀਟ ਚ ਕਿਵੇਂ ਬਦਲਾਂਗੇ? ਆਪਾਂ ਲਿਖਾਂਗੇ ਡਿਗਰੀ ਫਾਰਨਹੀਟ ਇਜ਼ ਇਕੁਅਲ ਟੂ 9/5 ਇਨਟੂ, ਜਿੱਥੇ ਡਿਗਰੀ ਸੈਲਸੀਅਸ ਤੇ 9/5 ਕੋਈ ਨਿਸ਼ਾਨ ਨਹੀਂ, ਦਾ ਮਤਲਬ ਗੁਣਾ ਦਾ ਨਿਸ਼ਾਨ ਹੈ। ਜਿੱਥੇ ਡਿਗਰੀ ਸੈਲਸੀਅਸ ਪਾਇਆ ਉੱਥੇ ਉਹਦਾ ਮੁੱਲ ਭਰ ਦਿਓ। ਡਿਗਰੀ ਸੈਲਸੀਅਸ ਦੇ ਵਿੱਚ ਕਿੰਨਾ ਸੀ? 25। 25 ਭਰਤਾ, ਜੋੜ 32 ਆ ਗਿਆ ਜੀ। ਠੀਕ ਹੈ, ਫਿਰ 5 ਥੱਲੇ ਆ, 25 ਉੱਤੇ, ਇਹਨੂੰ ਕੱਟੋ, 5×5 25 ਹੋ ਗਿਆ, 5×5 25 ਹੋ ਗਿਆ। ਤਾਂ ਡਿਗਰੀ ਫਾਰਨਹੀਟ ਤੁਹਾਡਾ ਕਿੰਨਾ ਬਣ ਗਿਆ? 9 ਦੀ 5 ਨਾਲ ਗੁਣਾ ਕਰ ਦਿਓ, 9×5 45 ਹੋ ਗਿਆ। 45 ਦੇ ਵਿੱਚ ਕਿੰਨਾ ਜੋੜ ਦਿਓ ਜੀ? 32 ਜੋੜ ਦਿਓ। ਸੋ 45 ਦੇ ਵਿੱਚ 32 ਖੁਦ ਜੋੜ ਕੇ ਦੇਖੋਗੇ ਤਾਂ ਡਿਗਰੀ ਫਾਰਨਹੀਟ ਦੇ ਵਿੱਚ ਕਿੰਨਾ ਬਣ ਗਿਆ? 77 ਬਣ ਗਿਆ।
ਠੀਕ ਹੈ। ਸਿਮਿਲਰਲੀ ਜਿਵੇਂ ਆਪਣਾ 37 ਸੀ, ਆਪਣਾ ਮਨੁੱਖੀ ਟੈਂਪਰੇਚਰ ਕਿੰਨਾ ਹੁੰਦਾ 37 ਹੁੰਦਾ, ਤਾਂ 25 ਦੀ ਜਗ੍ਹਾ ਤੇ 37 ਭਰ ਕੇ ਦੇਖੋ ਤੇ ਕੈਲਕੂਲੇਸ਼ਨ ਕਰਕੇ ਦੇਖੋ ਆਪਣੇ ਆਪ, ਤਾਂ 37 ਵਾਲਾ ਡਿਗਰੀ ਸੈਲਸੀਅਸ ਵਾਲਾ ਫਾਰਨਹੀਟ ਦੇ ਵਿੱਚ ਕਿੰਨਾ ਬਣ ਜਾਊਗਾ 98.6। ਠੀਕ ਹੈ, ਹੋਪਫੁਲੀ ਇਹ ਤੁਹਾਨੂੰ ਸਮਝ ਆ ਗਿਆ ਹੋਊਗਾ। ਕਿਰਪਾ ਕਰਕੇ ਜੋ ਫਾਰਮੂਲਾ ਇਹਨੂੰ ਨੋਟ ਕਰ ਲਓ, ਬੜਾ ਇੰਪੋਰਟੈਂਟ ਹੈ। ਹੁਣ ਇਸ ਫਾਰਮੂਲੇ ਦੀ ਆਪਾਂ ਥੋੜੀ ਜਿਹੀ ਸ਼ੇਪ ਬਦਲਦੇ ਹਾਂ ਜਿੱਥੋਂ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ। ਠੀਕ ਹੈ, ਥੋੜਾ ਜਿਹਾ ਆਪਾਂ ਸਾਰਾ ਕੁਝ ਇੱਥੇ ਕਵਰ ਕਰ ਲੈਨੇ ਤਾਂ ਕਿ ਅਗਲੀਆਂ ਸਲਾਈਡਸ ਆਪਣੀਆਂ ਥੋੜੀਆਂ ਸੌਖੀਆਂ ਰਹਿਣ। ਸ਼ੇਪ ਦੇਖੋ ਕਿਸ ਤਰ੍ਹਾਂ ਬਦਲਾਂਗੇ ਆਪਾਂ। ਆਹ ਫਾਰਮੂਲਾ ਲਿਖਿਆ ਹੋਇਆ ਜੀ, ਠੀਕ ਹੈ, ਡਿਗਰੀ ਫਾਰਨਹੀਟ ਇਜ਼ ਇਕੁਅਲ ਟੂ 9/5 ਡਿਗਰੀ ਸੈਲਸੀਅਸ ਪਲੱਸ 32। ਠੀਕ ਹੈ, ਇਹ ਲਿਖਿਆ ਹੋਇਆ। ਹੁਣ ਆਪਾਂ ਇੱਕ ਕੰਮ ਕਰੋ, ਡਿਗਰੀ ਫਾਰਨਹੀਟ ਇਜ਼ ਇਕੁਅਲ ਟੂ 9 ਨੂੰ 5 ਨਾਲ ਭਾਗ ਕਰ ਲਓ। ਠੀਕ ਹੈ, ਕਈ ਵਾਰ ਫ੍ਰੈਕਸ਼ਨ ਦੇ ਵਿੱਚ ਫਾਰਮੂਲੇ ਨੂੰ ਅਲੱਗ-ਅਲੱਗ ਸ਼ੇਪ ਦੇ ਦਿੰਦੇ ਨੇ। 9 ਨੂੰ 5 ਨਾਲ ਭਾਗ ਕਰ ਲਓ, ਦੇਖੋ 5 ਏਕਮ 5 ਆ ਗਿਆ ਜੀ, 9 ਚੋਂ 5 ਕੱਢੇ 4 ਆ ਗਿਆ। ਹੁਣ 5 ਤਾਂ ਵੱਡਾ, ਤਾਂ ਇੱਥੇ 0 ਲਾਵਾਂਗੇ, ਉੱਥੇ ਪੁਆਇੰਟ ਸ਼ਿਫਟ ਹੋ ਜਾਂਦਾ, ਤਾਂ ਉਸ ਤੋਂ ਬਾਅਦ 8 5 40 ਆ ਗਿਆ। ਤਾਂ 9 ਨੂੰ 5 ਨਾਲ ਭਾਗ ਕਰਕੇ ਕਿੰਨਾ ਬਚੂਗਾ ਆਪਣੇ ਕੋਲੇ 1.8। ਤਾਂ ਇੱਥੇ ਮੈਂ ਲਿਖ ਦੂੰ 1.8 ਡਿਗਰੀ ਸੈਲਸੀਅਸ, ਡਿਗਰੀ ਸੈਲਸੀਅਸ ਪਲੱਸ 32। ਠੀਕ ਹੈ, 9 ਨੂੰ 5 ਨਾਲ ਭਾਗ ਕਰਕੇ ਲਿਖਤਾ, ਹੋਰ ਕੁਝ ਨਹੀਂ ਕੀਤਾ ਮੈਂ। ਉਸ ਤੋਂ ਬਾਅਦ ਦੇਖੋ ਅੱਗੇ ਕੀ ਹੈ। ਹੁਣ ਇੱਥੇ ਸਮੀਕਰਨ ਆਪਾਂ ਮੈਥ ਦੇ ਵਿੱਚ ਕਰ ਚੁੱਕੇ ਹਾਂ। ਡਿਗਰੀ ਫਾਰਨਹੀਟ ਮੈਂ ਲਿਖ ਲਿਆ, ਜੋ 32 ਬਰਾਬਰ ਦੇ ਸੱਜੇ ਪਾਸੇ ਪਲੱਸ ਦਾ, ਜਦੋਂ ਉਹਨੂੰ ਖੱਬੇ ਪਾਸੇ ਲੈ ਕੇ ਜਾਓਗੇ ਉਹ ਕਾਹਦਾ ਹੋ ਜਾਊਗਾ ਮਾਈਨਸ ਦਾ ਹੋ ਜਾਊਗਾ। ਮਤਲਬ ਮੈਂ ਕੀ ਕੀਤਾ, ਧਿਆਨ ਨਾਲ ਦੇਖੋ, ਫਾਰਮੂਲੇ ਨੂੰ ਜਿੰਨੀਆਂ ਮਰਜ਼ੀ ਸ਼ੇਪਸ ਦੇਈ ਜਾਓ। ਇਸ ਤੋਂ ਬਾਅਦ ਮੈਂ ਕੀ ਕੀਤਾ ਕਿ ਜੋ 32 ਸੱਜੇ ਪਾਸੇ ਸੀ ਉਹਨੂੰ ਮੈਂ ਖੱਬੇ ਪਾਸੇ ਲੈ ਆਇਆ। ਜਿਨ੍ਹਾਂ ਨੇ ਮੈਥ ਕੀਤਾ ਉਹਨੂੰ ਪਤਾ ਕਿ ਮਾਈਨਸ ਦਾ ਹੋ ਗਿਆ ਇੱਧਰ ਆ ਕੇ। ਹੁਣ ਦੇਖੋ ਅੱਗੇ ਕੀ ਹੈ, ਡਿਗਰੀ ਫਾਰਨਹੀਟ ਮਾਈਨਸ 32। ਸੋ ਜੇ ਮੈਂ ਡਿਗਰੀ ਸੈਲਸੀਅਸ ਨੂੰ ਇਕੱਠੇ ਇਕੱਲਾ ਰੱਖਣਾਗਾ ਤਾਂ ਉਹਦੇ ਨਾਲ ਜੋ 1.8 ਹੈ ਉਹਨੂੰ ਮੈਂ ਕਿੱਧਰ ਲੈ ਆਉਂਗਾ ਥੱਲੇ, ਕਿਉਂਕਿ ਡਿਗਰੀ ਸੈਲਸੀਅਸ ਤੇ 1.8 ਗੁਣਾ ਦੇ ਵਿੱਚ ਨੇ। ਇਹ ਮੈਂ ਮੰਨ ਕੇ ਜਾ ਰਿਹਾ ਕਿ ਆਪਾਂ ਮੈਥ ਕੀਤਾ ਹੋਇਆ, ਤੁਹਾਨੂੰ ਪਤਾ ਸਮੀਕਰਨ ਆਪਾਂ ਕਰ ਚੁੱਕੇ ਹਾਂ, ਉਹੀ ਤੁਸੀਂ ਜਿਹੜੇ ਸਟੂਡੈਂਟ ਹੈ ਉਹ ਕਲਾਸ ਲਗਾ ਰਹੇ ਹੋਣਗੇ ਤੇ ਉਹਨਾਂ ਨੂੰ ਪਤਾ ਹੋਊਗਾ। ਤਾਂ 1.8 ਮੈਂ ਨੀਚੇ ਲਿਆ ਇਜ਼ ਇਕੁਅਲ ਟੂ ਡਿਗਰੀ ਸੈਲਸੀਅਸ। ਤਾਂ ਇੱਕ ਸ਼ੇਪ ਇਸ ਫਾਰਮੂਲੇ ਦੀ ਇਹ ਵੀ ਬਣ ਗਈ। ਹੁਣ ਤੁਹਾਡੇ ਜੋ ਬਹੁਤੇ ਸੋਚ ਰਹੇ ਹੋਣਗੇ ਕਿ ਸਰ ਇਹ ਸਾਨੂੰ ਕਿਉਂ ਦੱਸ ਰਹੇ ਨੇ, ਕਿਉਂਕਿ ਇਹ ਆਪਾਂ ਨੂੰ ਕੁਐਸਚਨ ਪੇਪਰ ਦੇ ਵਿੱਚ ਆਇਆ ਹੋਇਆ। ਲਾਸਟ ਤੇ ਮੈਂ ਤੁਹਾਨੂੰ ਸ਼ੋ ਵੀ ਕਰੂੰਗਾ ਪੇਪਰ ਦਾ ਕੁਐਸਚਨ, ਮੈਂ ਤੁਹਾਨੂੰ ਮੇਬੀ ਆਪਣੀ ਅਗਲੀ ਸਕਰੀਨ ਤੇ ਆ ਜੇ ਸ਼ੋ ਵੀ ਕਰੂੰਗਾ। ਉੱਥੇ ਪੁੱਛਿਆ ਸੀ ਕਿ ਡਿਗਰੀ ਸੈਲਸੀਅਸ ਤੇ ਫਾਰਨਹੀਟ ਦੇ ਵਿੱਚ ਕੀ ਰਿਲੇਸ਼ਨ ਹੈ। ਇੱਕ ਤਾਂ ਰਿਲੇਸ਼ਨ ਸੀ ਜਿਹੜਾ ਮੈਂ ਤੁਹਾਨੂੰ ਸਟਾਰਟਿੰਗ ਤੇ ਦੱਸਿਆ। ਹੁਣ ਇਹਦੀ ਵੀ ਰੂਪਰੇਖਾ ਉਹਨਾਂ ਨੇ ਬਦਲ ਕੇ ਪੁੱਛ ਲਈ, ਤਾਂ ਉੱਥੇ ਆਪਸ਼ਨ ਦੇ ਵਿੱਚ ਇਦਾਂ ਦੇ ਆਪਸ਼ਨ ਦਿੱਤੇ ਹੋਏ ਸੀ ਜੋ ਕਿ ਸਹੀ ਆਨਸਰ ਹੋਣਾ ਸੀ ਆਪਣਾ। ਤਾਂ ਕਰਕੇ ਕੁਐਸਚਨ ਨੂੰ ਹਰ ਇੱਕ ਲੈਵਲ ਦੇ ਨਾਲ ਜਿਹੜਾ ਤੁਹਾਨੂੰ ਰੈਡੀ ਰਹਿਣਾ ਪੈਣਾ। ਸੋ ਕਾਫੀ ਗੱਲਾਂ ਹੁਣ ਆਪਾਂ ਕਰ ਲਈਆਂ ਪਹਿਲੀ ਸਲਾਈਡ ਤੇ, ਹੁਣ ਆਪਾਂ ਚੱਲਦੇ ਹਾਂ ਆਪਣੀ ਦੂਸਰੀ ਸਲਾਈਡ ਵੱਲ। ਹਾਂਜੀ, ਹੁਣ ਆਪਾਂ ਅੱਗੇ ਗੱਲ ਕਰਾਂਗੇ ਲੈਬ ਥਰਮਾਮੀਟਰ ਦੀ। ਹੁਣ ਆਪਾਂ ਫਟਾਫਟ ਕਰ ਦਾਂਗੇ ਕਿਉਂਕਿ ਪਹਿਲੀ ਸਲਾਈਡ ਦੇ ਵਿੱਚ ਆਪਾਂ ਲਗਭਗ ਸਾਰਾ ਕੁਝ ਹੀ ਡਿਸਕਸ ਕਰ ਲਿਆ। ਸੋ ਲੈਬ ਥਰਮਾਮੀਟਰ, ਲੈਬੋਰਟਰੀ ਥਰਮਾਮੀਟਰ ਕੀ ਹੁੰਦਾ ਜੀ, ਜੋ ਕਿ ਆਪਾਂ ਨੂੰ ਕੈਮੀਕਲਸ ਜਾਂ ਕਹ ਲਓ ਰਸਾਇਣਸ ਜਿਹੜੇ ਹੁੰਦੇ ਨੇ ਜਾਂ ਸੋਲੂਸ਼ਨ ਹੁੰਦੇ ਨੇ, ਘੋਲ ਹੁੰਦੇ ਨੇ ਹਨਾ, ਉਹਨਾਂ ਦਾ ਟੈਂਪਰੇਚਰ ਜੇ ਅਸੀਂ ਮਾਪਣਾ ਹੋਵੇ ਲੈਬ ਦੇ ਵਿੱਚ ਤਾਂ ਅਸੀਂ ਕੀ ਯੂਜ਼ ਕਰਾਂਗੇ, ਲੈਬ ਥਰਮਾਮੀਟਰ। ਇਹਦੀ ਰੇਂਜ ਧਿਆਨ ਨਾਲ ਦੇਖੋ, ਇੱਥੇ ਮੈਂ ਸ਼ੋਅ ਕਰ ਦਿੰਦਾ, ਥੋੜਾ ਸਾਫ਼ ਨਹੀਂ ਲਿਖਿਆ ਹੋਣਾ, ਦਿਖ ਨਹੀਂ ਰਿਹਾ ਹੋਣਾ ਤੁਹਾਨੂੰ ਥੋੜਾ ਸਾਫ਼। ਇੱਥੇ ਲਿਖਿਆ ਹੋਇਆ ਜੀ -10 ਡਿਗਰੀ ਸੈਲਸੀਅਸ, ਅਤੇ ਲਾਸਟ ਤੱਕ ਦੇਖੋ ਕਿੰਨਾ ਲਿਖਿਆ ਹੋਇਆ 110 ਡਿਗਰੀ ਸੈਲਸੀਅਸ। ਠੀਕ ਹੈ, ਤਾਂ ਯਾਦ ਰੱਖਣਾ ਲੈਬ ਥਰਮਾਮੀਟਰ ਦੀ ਰੇਂਜ ਕਿੰਨੀ ਹੋਗੀ, -10 ਡਿਗਰੀ ਸੈਲਸੀਅਸ ਤੋਂ ਉਹਦੀ 35 ਤੋਂ 42 ਸੀ, ਇਹਦੀ ਹੋ ਗਈ -10 ਤੋਂ 110 ਡਿਗਰੀ ਸੈਲਸੀਅਸ। ਠੀਕ ਹੈ, ਇਹਨੂੰ ਨੋਟ ਕਰ ਲਓ ਲੈਬ ਥਰਮਾਮੀਟਰ ਦੇ ਲਈ। ਹੁਣ ਆ ਜਾਓ ਉਹੀ ਕੁਐਸਚਨ ਤੇ। ਇਹ ਕੁਐਸਚਨ ਦੇਖੋ ਆਪਾਂ ਨੂੰ ਮੈਥ ਦੇ ਵਿੱਚ ਆਇਆ ਹੋਇਆ ਜੀ, ਪੇਪਰ 1 ਦੇ ਵਿੱਚ। ਹਾਲਾਂਕਿ ਮੈਥ ਦੇ ਵਿੱਚ ਕੋਈ ਆਪਾਂ ਇਦਾਂ ਦਾ ਕੋਈ ਸਪੈਸ਼ਲ ਟੌਪਿਕ ਤਾਂ ਕਰਦੇ ਨਹੀਂ, ਬਟ ਸਾਇੰਸ ਦੇ ਵਿੱਚ ਕਰਦੇ ਆ ਨਾ, ਤਾਂ ਕਰਕੇ ਸਾਇੰਸ ਦੇ ਕਾਫੀ ਤਰ੍ਹਾਂ ਦੇ ਨਿਊਮੈਰੀਕਲ ਅੱਗੇ ਵੀ ਅਸੀਂ ਪੜਾਂਗੇ, ਸਪੀਡ ਵਗੈਰਾ ਵਾਲੇ, ਤਾਂ ਉਹ ਮੈਥ ਦੇ ਵਿੱਚ ਵੀ ਆ ਜਾਂਦੇ ਨੇ। ਮਤਲਬ ਦੋਨੋਂ ਜਗ੍ਹਾ ਤੇ ਕਾਮਨ ਨੇ। ਕਹਿੰਦੇ ਸੈਲਸੀਅਸ ਅਤੇ ਫਾਰਨਹੀਟ, ਫਾਰਨਹਾਈਟ ਦਾ ਪੈਮਾਨਾ ਸੰਬੰਧ ਹੈ, ਮਤਲਬ ਇਹਨਾਂ ਦੇ ਵਿੱਚ ਆਪਸ ਚ ਕੀ ਰਿਲੇਸ਼ਨ ਹੈ। ਹੁਣ ਖੁਦ ਸੋਚੋ ਆਪਾਂ ਕੀ ਪੜਿਆ ਸੀ। ਸਾਰੀਆਂ ਤੁਹਾਨੂੰ ਆਪਸ਼ਨ ਇੱਕੋ ਜਿਹੀਆਂ ਲੱਗ ਰਹੀਆਂ ਹੋਣਗੀਆਂ, ਡੀ ਤਾਂ ਆਉਂਦਾ ਨਹੀਂ। ਤੇ ਅਗਰ ਤੁਹਾਨੂੰ ਯਾਦ ਹੋਵੇ ਉੱਥੇ ਸਭ ਕੁਝ ਇੱਕੋ ਜਿਹਾ ਲੱਗ ਰਿਹਾ, ਸਿਰਫ ਪਲੱਸ ਮਾਈਨਸ ਹੀ ਫਰਕ ਹੈ। ਅਗਰ ਤੁਸੀਂ ਇਹਨੂੰ ਧਿਆਨ ਨਾਲ ਨੋਟ ਕਰੋ, ਇਹ ਵਾਲੀਆਂ ਦੋ ਆਪਸ਼ਨ ਤਾਂ ਸੇਮ ਹੀ ਕਰਤੀਆਂ ਮੇਰੇ ਖਿਆਲ ਨਾਲ, ਬੀ ਤੇ ਸੀ, ਹੈ ਨਾ, ਕੋਈ ਫਰਕ ਹੀ ਨਹੀਂ ਪਾਇਆ ਇਹਦੇ ਵਿੱਚ। ਪਰ ਆਪਾਂ ਨੂੰ ਪਤਾ ਹੈ ਕਿ ਡਿਗਰੀ ਫਾਰਨਹੀਟ -32 ਸੀਗਾ ਉੱਥੇ, ਤਾਂ ਕਰਕੇ ਆਪਣਾ ਸਹੀ ਆਨਸਰ ਕੀ ਆਊਗਾ, ਆਪਸ਼ਨ ਏ ਇਜ਼ ਦਾ ਕਰੈਕਟ ਆਨਸਰ। ਸੋ ਇਸ ਤਰੀਕੇ ਨਾਲ ਘੁਮਾ ਕੇ ਆਪਾਂ ਨੂੰ ਕੁਐਸਚਨ ਪੁੱਛਿਆ ਗਿਆ ਸੀਗਾ ਪੇਪਰ ਦੇ ਵਿੱਚ। ਹਾਂਜੀ, ਸਾਡਾ ਇਹਦਾ ਸੈਕੰਡ ਕੁਐਸਚਨ ਹੈ, ਸੈਕੰਡ ਐਮਸੀਕਿਊ ਹੈ, ਜੋ ਕਿ ਆਪਾਂ ਨੂੰ 2023 ਪੇਪਰ 1 ਪੀਐਸਟੈਟ ਦਾ ਜਿਹੜਾ ਪੇਪਰ 1 ਸੀਗਾ 2023 ਦਾ, ਉਹਦੇ ਵਿੱਚ ਆਇਆ ਹੋਇਆ ਹੈਗਾ। ਇਹ ਮੈਂ ਤੁਹਾਡੇ ਨਾਲ ਪਹਿਲਾਂ ਵੀ ਡਿਸਕਸ ਕੀਤਾ ਸੀ। ਦੋ ਕੁਐਸਚਨ ਆਪਾਂ ਨੂੰ ਹੀਟ ਤੋਂ ਆਏ ਹੋਏ ਸੀਗੇ।
ਤਾਂ ਕਰਕੇ ਇੱਕ ਕੁਐਸਚਨ ਆਪਾਂ ਪਹਿਲਾਂ ਮੇਬੀ ਫ੍ਰਿਕਸ਼ਨ ਵਾਲੇ ਚ ਡਿਸਕਸ ਕਰ ਲਿਆ ਸੀ ਆਲਰੇਡੀ। ਤੇ ਇੱਕ ਕੁਐਸਚਨ ਇਹ ਹੈ, ਦੇਖੋ ਕਿੰਨਾ ਸੌਖਾ ਕੁਐਸਚਨ ਹੈ ਜੇ ਥੋੜਾ ਜਿਹਾ ਕੰਸੈਪਟ ਕਲੀਅਰ ਹੈ। ਰਾਘਵ ਅਤੇ ਬਰਿੰਦਾ ਦੋ ਜਾਣੇ ਨੇ ਆਪਣੇ ਸਰੀਰ ਦਾ ਤਾਪਮਾਨ ਮਾਪਿਆ। ਬਰਿੰਦਾ ਦਾ ਤਾਪਮਾਨ 98.6 ਡਿਗਰੀ ਫਾਰਨਹੀਟ ਸੀ ਅਤੇ ਰਾਘਵ ਦਾ 37 ਡਿਗਰੀ ਸੈਲਸੀਅਸ ਸੀ। ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਸੱਚ ਹੈ? ਧਿਆਨ ਨਾਲ ਨੋਟ ਕਰੋ ਇੱਥੇ, ਹੈ ਨਾ। ਪਹਿਲਾਂ ਖੁਦ ਸੋਚੋ ਕਿ ਆਨਸਰ ਕੀ ਆਊਗਾ, ਕਿਉਂਕਿ ਪੂਰਾ ਤੁਸੀਂ ਸੁਣ ਲਿਆ ਕੰਸੈਪਟ। ਬਰਿੰਦਾ ਨੇ ਤਾਂ ਡਿਗਰੀ ਫਾਰਨਹੀਟ ਚ ਮਾਪਿਆ 98.6, ਰਾਘਵ ਨੇ ਡਿਗਰੀ ਸੈਲਸੀਅਸ ਚ ਮਾਪਿਆ 37। ਹੁਣ ਦੇਖੋ ਇਹਦਾ ਮਤਲਬ ਤਾਂ ਦੋਨੇ ਨਾਰਮਲ ਨੇ ਨਾ, ਦੋਨੋਂ ਨਾਰਮਲ ਨੇ, ਦੋਨਾਂ ਨੂੰ ਕੋਈ ਫੀਵਰ ਨਹੀਂ ਹੈਗਾ। ਦੇਖੋ ਇਹ ਆਪਸ਼ਨ ਕਿੱਥੇ ਹੈ? ਬਰਿੰਦਾ ਦੇ ਸਰੀਰ ਦਾ ਤਾਪਮਾਨ ਰਾਘਵ ਨਾਲੋਂ ਉੱਚਾ ਹੈ, ਬਿਲਕੁਲ ਗਲਤ ਹੈ ਜੀ। ਠੀਕ ਹੈ, ਕਿਉਂਕਿ ਇਕਾਈਆਂ ਅਲੱਗ-ਅਲੱਗ ਹੈ, ਗੱਲ ਸੇਮ ਹੀ ਹੈ, ਟੈਂਪਰੇਚਰ ਸੇਮ ਹੀ ਹੈ। ਬਰਿੰਦਾ ਦੇ ਸਰੀਰ ਦਾ ਤਾਪਮਾਨ ਰਾਘਵ ਨਾਲੋਂ ਘੱਟ ਹੈ, ਵੀ ਗਲਤ ਹੈ। ਬੋਥ ਹੈਵ ਨਾਰਮਲ ਬੋਡੀ ਟੈਂਪਰੇਚਰ, ਦੋਨਾਂ ਦਾ ਬੋਡੀ ਟੈਂਪਰੇਚਰ ਤਾਪਮਾਨ ਸਧਾਰਨ ਹੈ, ਮਤਲਬ ਨਾਰਮਲ ਹੈ, ਕੋਈ ਫੀਵਰ ਨਹੀਂ। ਸੋ ਇਹ ਠੀਕ ਹੈ। ਅੱਗੇ ਦੋਵੇਂ ਬੁਖਾਰ ਤੋਂ ਪੀੜਤ ਨੇ, ਵੀ ਗਲਤ ਹੈ ਜੀ। ਬੁਖਾਰ ਤੋਂ ਤਾਂ ਪੀੜਤ ਹੁੰਦੇ ਜੇ ਇਹਨਾਂ ਤੋਂ ਜ਼ਿਆਦਾ ਟੈਂਪਰੇਚਰ ਹੁੰਦਾ। ਸੋ ਦੋਨਾਂ ਦਾ ਨਾਰਮਲ ਟੈਂਪਰੇਚਰ ਹੈ। ਦੈਟਸ ਵਾਈ ਆਪਸ਼ਨ ਸੀ ਇਜ਼ ਦਾ ਕਰੈਕਟ ਆਂਸਰ। ਸੋ ਲੇਟੈਸਟ ਐਗਜ਼ਾਮ ਦੇ ਵਿੱਚ ਆਪਾਂ ਨੂੰ ਇਹ ਕੁਐਸਚਨ ਆਇਆ ਹੋਇਆਗਾ। ਹਾਂਜੀ, ਨੈਕਸਟ ਆਪਾਂ ਗੱਲ ਕਰਾਂਗੇ, ਬਸ ਥੋੜਾ ਜਿਹਾ ਕੰਮ ਹੋ ਰਿਹਾ, ਫਟਾਫਟ ਕਰਦੇ ਹਾਂ ਹੁਣ। ਤਾਪ ਸੰਚਾਰ ਦੀ, ਟ੍ਰਾਂਸਫਰ ਆਫ ਹੀਟ। ਹੁਣ ਦੇਖੋ ਅਗਰ ਤਾਪ ਹੈ ਜਾਂ ਹੀਟ ਹੈ, ਗਰਮੀ ਹੈ, ਉਹ ਇੱਕ ਵਸਤੂ ਤੋਂ ਦੂਜੀ ਵਸਤੂ ਤੱਕ ਟ੍ਰਾਂਸਫਰ ਹੁੰਦੀ ਹੈ। ਜੇ ਮੈਂ ਗੱਲ ਕਰਾਂ ਹੌਟ, ਹੌਟ ਦਾ ਮਤਲਬ ਹੁੰਦਾ ਜੀ ਗਰਮ, ਹੌਟ ਤੋਂ ਕੋਲਡ ਵੱਲ ਜਾਂਦਾ ਜੀ। ਹੀਟ ਦਾ ਪ੍ਰਭਾਵ ਜਿਹੜਾ ਹੈਗਾਗਾ, ਹੀਟ ਟ੍ਰਾਂਸਫਰ ਕਿੱਧਰੋਂ ਕਿੱਧਰ ਹੁੰਦੀ ਹੈ, ਹੌਟ ਤੋਂ ਕੋਲਡ ਹੁੰਦੀ ਹੈ, ਆਪਾਂ ਨੂੰ ਪਤਾ ਹੈ। ਪਰ ਫਿਰ ਵੀ ਇਹਦੀਆਂ ਤਿੰਨ ਵਿਧੀਆਂ ਨੇ ਵੱਖ-ਵੱਖ, ਜਿਨ੍ਹਾਂ ਦੇ ਵਿੱਚ ਵੱਖ-ਵੱਖ ਤਰੀਕੇ ਨਾਲ ਸਮਝਾਇਆ ਗਿਆਗਾ। ਉਹਨਾਂ ਦੇ ਵਿੱਚੋਂ ਪਹਿਲੀ ਵਿਧੀ ਹੈਗੀ ਹੈ ਜੀ ਚਾਲਨ, ਜਿਹਨੂੰ ਅਸੀਂ ਬੋਲਦੇ ਹਾਂ ਕੰਡਕਸ਼ਨ। ਧਿਆਨ ਨਾਲ ਸੁਣਿਓ ਹੁਣ ਇਹਨੂੰ, ਕੋਈ ਬਹੁਤ ਔਖਾ ਕੰਮ ਨਹੀਂ, ਬਸ ਸੁਣ ਕੇ ਦਿਮਾਗ ਦੇ ਵਿੱਚ ਸੈੱਟ ਕਰਨੀ ਹੈ ਚੀਜ਼, ਹੋਰ ਕੁਝ ਨਹੀਂ ਕਰਨਾ ਤੁਸੀਂ। ਇਹਦੇ ਵਿੱਚ ਦੇਖੋ ਧਿਆਨ ਨਾਲ ਕੀ ਹੈ, ਇੱਕ ਸਟੈਂਡ ਹੈ, ਇੱਥੇ ਕੋਈ ਸਟੈਂਡ ਲਿਆ, ਸਟੈਂਡ ਹੈ ਇੱਕ ਤਰ੍ਹਾਂ ਦਾ, ਠੀਕ ਹੈ। ਤੇ ਇਸ ਤੋਂ ਇਲਾਵਾ ਇਹ ਐਗਜ਼ਾਮਪਲ ਤੁਸੀਂ ਡੇ ਟੂ ਡੇ ਲਾਈਫ ਦੇ ਵਿੱਚ ਵੀ ਫੀਲ ਕਰ ਸਕਦੇ ਹੋ। ਇੱਥੇ ਬਰਨਰ ਹੈ, ਇੱਥੋਂ ਹੀਟ ਨਿਕਲ ਰਹੀ ਹੈ ਜੀ, ਗਰਮੀ, ਅੱਗ ਲੱਗੀ ਹੋਈ ਹੈ, ਇਦਾਂ ਸਮਝੋ। ਤੇ ਇੱਥੇ ਇੱਕ ਰੋਡ ਪਾਈ ਹੋਈ ਹੈ ਨਾ, ROD ਰੋਡ ਲਿਖ ਲਓ, ਧਾਤ ਦੀ ਛੜ ਲਿਖ ਲਓ, ਹੈ ਨਾ। ਧਾਤ ਮਤਲਬ ਮੈਟਲ ਦੀ ਬਣੀ ਕੋਈ ਵਸਤੂ ਹੈਗੀ। ਤਾਂ ਜਦੋਂ ਆਪਾਂ ਇਹਦਾ ਇਧਰਲਾ ਸਿਰਾ ਗਰਮ ਕਰ ਰਹੇ ਹਾਂ, ਤੇ ਹੌਲੀ ਹੌਲੀ ਜਿਹੜੀ ਹੀਟ ਹੈ, ਠੀਕ ਹੈ, ਉਹ ਇਧਰੋਂ ਇਧਰ ਆ ਰਹੀ ਹੈ, ਮਤਲਬ ਇਧਰ ਨੂੰ ਆ ਜੂਗੀ ਸਟੈਂਡ ਵੱਲ। ਮਤਲਬ ਪਹਿਲਾਂ ਆਹ ਸਿਰਾ ਗਰਮ ਹੋਊਗਾ, ਹੌਲੀ ਹੌਲੀ ਆਹ ਸਿਰਾ ਵੀ ਗਰਮ ਹੋ ਜਾਊਗਾ। ਦੇਖੋ ਚਮਚਾ ਲੈ ਕੇ ਜਦੋਂ ਅਸੀਂ ਕੋਈ ਬਾਟੀ ਦੇ ਵਿੱਚ ਜਾਂ ਹੋਰ ਚੀਜ਼ ਦੇ ਵਿੱਚ ਚੀਜ਼ ਗਰਮ ਕਰਦੇ ਹਾਂ, ਜਾਂ ਇਵਨ ਕੜਛੀ ਜਿਹਨੂੰ ਆਪਾਂ ਬੋਲਦੇ ਹਾਂ, ਤਾਂ ਉਹ ਵੀ ਇਦਾਂ ਹੀ ਹੁੰਦਾ ਨਾ, ਬਿਲਕੁਲ। ਅਗਰ ਆਪਾਂ ਚਮਚਾ ਲੈ ਕੇ ਉਹਨੂੰ ਗੈਸ ਤੇ ਰੱਖ ਕੇ, ਹਨਾ, ਉਹਦੇ ਵਿੱਚ ਕੋਈ ਸਬਜ਼ੀ ਜਾਂ ਕੁਝ ਵੀ ਉਹਦੇ ਵਿੱਚ ਚਮਚਾ ਮਾਰਾਂਗੇ, ਤਾਂ ਹੌਲੀ ਹੌਲੀ ਪਹਿਲਾਂ ਚਮਚੇ ਦਾ ਨੀਚੇ ਵਾਲਾ ਸਿਰਾ ਗਰਮ ਹੋਊਗਾ, ਹੌਲੀ ਹੌਲੀ ਉੱਪਰ ਜਿੱਥੋਂ ਆਪਾਂ ਫੜਿਆ ਹੋਇਆ ਉਹ ਵੀ ਗਰਮ ਹੋ ਜਾਊਗਾ। ਸੋ ਅਗਰ ਅਗਰ ਧਿਆਨ ਨਾਲ ਹੁਣ ਗੱਲ ਸੁਣਿਓ, ਸਿਰਫ ਗੱਲ ਸੁਣਨ ਵਾਲੀ ਹੈ। ਅਗਰ ਸੋਲਿਡ ਦੇ ਵਿੱਚ, ਜਾਂ ਕਹ ਲਓ ਠੋਸ ਦੇ ਵਿੱਚ, ਅਗਰ ਸੋਲਿਡ ਨੂੰ ਅਸੀਂ ਬੋਲਦੇ ਹਾਂ ਠੋਸ। ਤਿੰਨ ਅਵਸਥਾਵਾਂ ਹੁੰਦੀਆਂ ਜੀ ਕਿਸੇ ਵੀ ਚੀਜ਼ ਦੀਆਂ, ਠੋਸ, ਤਰਲ ਅਤੇ ਗੈਸ। ਜਿਵੇਂ ਪਾਣੀ ਹੈ ਜਿਹੜਾ ਆਪਾਂ ਪੀਂਦੇ ਆ, ਉਹ ਤਰਲ ਅਵਸਥਾ ਹੈ, ਲਿਕੁਇਡ ਅਵਸਥਾ ਹੈ। ਜਦੋਂ ਆਪਾਂ ਉਹੀ ਪਾਣੀ ਦੀ ਬਰਫ਼ ਜਮਾਤੀ, ਤਾਂ ਉਹ ਸੋਲਿਡ ਹੋ ਗਈ, ਠੋਸ ਹੋ ਗਈ। ਗੱਲਾਂ ਆਪਾਂ ਕਰ ਚੁੱਕੇ ਹਾਂ ਪਹਿਲਾਂ ਵਾਲੀਆਂ ਕਲਾਸਿਸ ਦੇ ਵਿੱਚ, ਵਾਟਰ ਦੇ ਵਿੱਚ ਕੀਤੀਆਂ ਹੋਈਆਂ ਨੇ, ਪਾਣੀ ਵਾਲੇ ਦੇ ਵਿੱਚ। ਚੌਥਾ, ਪੰਜਵਾਂ, ਛੇਵਾਂ ਪਾਰਟ ਜਿਹੜਾ ਆਪਣਾ ਹੈਗਾ, ਉਹਦੇ ਵਿੱਚ ਇਹ ਸਾਰਾ ਕੁਝ ਆਪਾਂ ਕੀਤਾ ਹੋਇਆ ਹੈਗਾ। ਇਸ ਤੋਂ ਇਲਾਵਾ ਜੇ ਆਪਾਂ ਉਹੀ ਪਾਣੀ ਨੂੰ ਗਰਮ ਕਰਤਾ, ਉਹਦੀ ਭਾਫ ਬਣ ਗਈ ਪਾਣੀ ਦੀ, ਤਾਂ ਉਹ ਗੈਸ ਬਣ ਗਈ। ਠੀਕ ਹੈ, ਤਿੰਨ ਅਵਸਥਾਵਾਂ ਹੋ ਗਈਆਂ, ਸੋਲਿਡ, ਲਿਕੁਇਡ, ਗੈਸ, ਠੋਸ, ਤਰਲ ਜਾਂ ਗੈਸ। ਹੁਣ ਕੀ ਹੁੰਦਾ ਜੀ, ਜਦੋਂ ਸੋਲਿਡ ਦੇ ਵਿੱਚ, ਹਨਾ, ਸੋਲਿਡ ਦਾ ਮਤਲਬ ਠੋਸ ਦੇ ਵਿੱਚ ਹੀਟ ਪ੍ਰਵਾਹ ਇਦਾਂ ਹੋਵੇ, ਹੀਟ ਟ੍ਰਾਂਸਫਰ ਹੋਵੇ, ਹਨਾ, ਇੱਕ ਗਰਮ ਸਿਰੇ ਤੋਂ ਦੂਸਰੇ ਠੰਡੇ ਸਿਰੇ ਵੱਲ, ਪਰ ਕਾਦੇ ਵਿੱਚ ਹੋਵੇ? ਠੋਸ ਦੇ ਵਿੱਚ। ਤਾਂ ਤਾਪ ਦੇ ਇਸ ਸੰਚਾਰ ਨੂੰ ਅਸੀਂ ਬੋਲਦੇ ਹਾਂ ਕੰਡਕਸ਼ਨ ਜਾਂ ਚਾਲਨ। ਸੋ ਕੰਡਕਸ਼ਨ ਜਾਂ ਚਾਲਨ ਅਸੀਂ ਉਦੋਂ ਆਪਸ਼ਨ ਲਾਉਣੀ ਹੈ ਜਦੋਂ ਹੀਟ ਟ੍ਰਾਂਸਫਰ ਹੋ ਰਹੀ ਹੈ ਕਿਸੇ ਸੋਲਿਡ ਦੇ ਵਿੱਚ, ਠੋਸ ਦੇ ਵਿੱਚ। ਠੀਕ ਹੈ, ਜਿਵੇਂ ਇੱਥੇ ਠੋਸ ਕੀ ਸੀ ਆਪਣਾ? ਰੋਡ ਸੀਗਾ। ਠੀਕ ਹੈ, ਬਸ ਇੰਨਾ ਕੁ ਸਮਝ ਲਓ, ਬਾਲਾ ਮੈਂ ਡਿਟੇਲ ਚ ਨਹੀਂ ਜਾਂਦਾ। ਇੱਕ ਹੁੰਦਾ ਜੀ ਕਨਵੈਕਸ਼ਨ, ਇੱਕ ਹੁੰਦਾ, ਇੱਥੋਂ ਨੋਟ ਕਰ ਲਓ, ਮੈਂ ਪਹਿਲਾਂ ਲਿਖਿਆ ਨਹੀਂ ਸੀਗਾ। ਇੱਕ ਹੁੰਦਾ ਕਨਵੈਕਸ਼ਨ, ਠੀਕ ਹੈ, TION ਹੈ ਇੱਥੇ, ਕਨਵੈਕਸ਼ਨ। ਸਵੈਹਨ ਇਹਨੂੰ ਅਸੀਂ ਬੋਲ ਦਿੰਦੇ ਹਾਂ ਪੰਜਾਬੀ ਦੇ ਵਿੱਚ, ਕਿਉਂਕਿ ਪੰਜਾਬੀ ਵਾਲੇ ਕਾਫੀ ਸਟੂਡੈਂਟ ਹੋਣਗੇ, ਤਾਂ ਇਹਨੂੰ ਸਵੈਹਨ ਬੋਲ ਦਿੰਦੇ ਹਾਂ ਇਸ ਤਰੀਕੇ ਨਾਲ। ਅੱਛਾ, ਜਦੋਂ ਇਹੀ ਹੀਟ ਟ੍ਰਾਂਸਫਰ ਹੋਵੇ, ਧਿਆਨ ਨਾਲ ਨੋਟ ਕਰੋ, ਕਾਦੇ ਵਿੱਚ? ਦਰਵ ਦੇ ਵਿੱਚ, ਦਰਵ ਜਾਂ ਗੈਸ ਦੇ ਵਿੱਚ, ਹਨਾ, ਦਰਵ ਜਾਂ ਗੈਸ ਦੇ ਵਿੱਚ, ਸਪੈਸ਼ਲੀ ਦਰਵ। ਦਰਵ ਕੀ ਹੈ? ਹੁਣ ਬਹੁਤੇ ਹੋ ਸਕਦਾ ਦਰਵ ਦੇ ਵਿੱਚ ਉਲਝ ਜਾਣ। ਦਰਵ ਦਾ ਮਤਲਬ ਹੁੰਦਾ ਤਰਲ ਜੀ, ਦਰਵ ਦਾ ਮਤਲਬ ਉਹੀ ਹੈ ਤਰਲ। ਸੋ ਤਰਲ ਨੂੰ ਅਸੀਂ ਦਰਵ ਵੀ ਲਿਖ ਦਿੰਦੇ ਹਾਂ, ਤਰਲ। ਤਰਲ ਦਾ ਮਤਲਬ ਜਿਵੇਂ ਪਾਣੀ ਹੋ ਗਿਆ, ਮੰਨ ਲਓ ਪਾਣੀ
ਇੱਕ ਸਿਰੇ ਤੋਂ ਮਤਲਬ ਗਰਮ ਹੋ ਕੇ ਕਿਸੇ ਬਰਤਨ ਦੇ ਵਿੱਚ ਪਿਆ, ਉਹ ਇੱਕ ਸਿਰੇ ਤੋਂ ਗਰਮ ਹੋ ਕੇ ਦੂਜੇ ਸਿਰੇ ਤੱਕ ਜਾਵੇ। ਮਤਲਬ ਜਦੋਂ ਹੀਟ ਟਰਾਂਸਫਰ ਹੋਵੇ ਕਾਦੇ ਕਰਕੇ? ਤਰਲ ਦੇ ਬਹਾਵ ਕਰਕੇ। ਮਤਲਬ ਇੱਕ ਗਰਮ ਤਰਲ ਜਿਹੜਾ ਹੈਗਾ, ਜਿਵੇਂ ਗਰਮ ਪਾਣੀ ਦੂਜੇ ਪਾਸੇ ਜਾਵੇ ਠੰਡੇ ਵੱਲ, ਹਨਾ। ਮਤਲਬ ਜਦੋਂ ਹੀਟ ਟਰਾਂਸਫਰ ਹੋ ਰਹੀ ਹੋਵੇ ਕਾਦੇ ਦੁਆਰਾ? ਤਰਲਾਂ ਦੁਆਰਾ। ਤਰਲ ਜਾਂ ਗੈਸ ਵੀ ਲਿਖ ਸਕਦੇ ਆ, ਮੇਨਲੀ ਇਹਦੇ ਵਿੱਚ ਤਰਲ ਆ ਜਾਂਦਾ ਹੈਗਾ। ਤਾਂ ਇਸ ਤਰ੍ਹਾਂ ਦੇ ਚਾਲਣ ਦੇ ਪ੍ਰੋਸੈਸ ਨੂੰ, ਹੀਟ ਟਰਾਂਸਫਰ ਦੇ ਪ੍ਰੋਸੈਸ ਨੂੰ ਅਸੀਂ ਕੀ ਬੋਲਦੇ ਹਾਂ? ਕਨਵੈਕਸ਼ਨ ਬੋਲਦੇ ਹਾਂ, ਸਵੈਹਨ ਬੋਲਦੇ ਹਾਂ। ਸੋ ਹੋਪਫੁਲੀ ਤੁਸੀਂ ਦੋਨੇ ਸਮਝ ਗਏ ਹੋਵੋਗੇ। ਜਦੋਂ ਹੀਟ ਟਰਾਂਸਫਰ ਹੋ ਰਹੀ ਹੈ, ਹੀਟ ਦਾ ਤਾਪ ਦਾ ਸੰਚਾਰ ਹੋ ਰਿਹਾ ਠੋਸ ਦੇ ਵਿੱਚੋਂ, ਤਾਂ ਉਹਨੂੰ ਕੰਡਕਸ਼ਨ ਬੋਲਾਂਗੇ। ਉਸ ਪ੍ਰੋਸੈਸ ਨੂੰ ਕੰਡਕਸ਼ਨ ਕਹਾਂਗੇ, ਚਾਲਣ ਕਹਾਂਗੇ। ਤੇ ਜਦੋਂ ਉਹ ਤਰਲਾਂ ਜਾਂ ਸਪੈਸ਼ਲੀ ਗੈਸਸ ਦੇ ਵਿੱਚੋਂ ਜਾਂ ਸਪੈਸ਼ਲੀ ਤਰਲ ਦੇ ਵਿੱਚੋਂ ਹੋ ਰਿਹਾ, ਜਿਵੇਂ ਪਾਣੀ ਹੋ ਗਿਆ, ਤਾਂ ਉਹਨਾਂ ਨੂੰ ਅਸੀਂ ਕਨਵੈਕਸ਼ਨ ਕਹਾਂਗੇ, ਸਵੈਹਨ ਕਹਾਂਗੇ। ਠੀਕ ਹੈ, ਦੋ ਚੀਜ਼ਾਂ ਨੋਟ ਕਰ ਲਓ। ਵੈਸੇ ਇੱਕ ਥਰਡ ਅਲੱਗ ਹੀ ਚੀਜ਼ ਆ ਗਈ, ਕਿ ਹੀਟ ਦਾ ਜਿਹੜਾ ਟਰਾਂਸਫਰ ਹੈ ਉਹ ਰੇਡੀਏਸ਼ਨ ਦੇ ਰੂਪ ਚ ਵੀ ਹੋ ਜਾਂਦਾ ਜੀ। ਠੀਕ ਹੈ, ਰੇਡੀਏਸ਼ਨ ਦੇ ਰੂਪ ਦੇ ਵਿੱਚ ਵੀ ਹੀਟ ਦਾ ਟਰਾਂਸਫਰ ਹੁੰਦਾ ਹੈਗਾ। ਰੇਡੀਏਸ਼ਨ ਨੂੰ ਅਸੀਂ ਪੰਜਾਬੀ ਦੇ ਵਿੱਚ ਵਿਕਰਨ ਬੋਲ ਦਿੰਦੇ ਹਾਂ, ਜਿਵੇਂ ਕਿਰਨਾਂ ਬੋਲ ਦਿੰਦੇ ਹਾਂ। ਇਹ ਹੁਣ ਇਹਨੂੰ ਇਦਾਂ ਸਮਝੋ ਕਿ ਜਿਵੇਂ ਆਪਾਂ ਮੰਨ ਲਓ ਜੀ ਓਵਨ ਦੇ ਵਿੱਚ, ਹੈਨਾ, ਓਵਨ ਦੇ ਵਿੱਚ ਆਪਾਂ ਮਤਲਬ ਕੋਈ ਵੀ ਖਾਣਾ ਵਗੈਰਾ ਰੱਖਤਾ ਮਾਈਕ੍ਰੋਵੇਵ ਦੇ ਵਿੱਚ, ਤਾਂ ਉਹ ਮਤਲਬ ਹੀਟ ਦੇ ਨਾਲ, ਰੇਡੀਏਸ਼ਨ ਦੇ ਨਾਲ ਜਿਹੜਾ ਉਹ ਖਾਣਾ ਉਹ ਗਰਮ ਹੋ ਗਿਆ। ਸੋ ਮਤਲਬ ਉੱਥੇ ਕੀ ਕੰਮ ਕਰ ਰਹੀ ਹੈ? ਰੇਡੀਏਸ਼ਨ ਕੰਮ ਕਰ ਰਹੀ ਹੈ, ਵਿਕਰਨਾਂ ਕੰਮ ਕਰ ਰਹੀ ਹੈ। ਹਾਲਾਂਕਿ ਪਹਿਲੇ ਦੋ ਹੀ ਇੰਪੋਰਟੈਂਟ ਨੇ, ਉਹਨਾਂ ਨੂੰ ਧਿਆਨ ਨਾਲ ਸਮਝ ਲਓ। ਕੰਡਕਸ਼ਨ ਜਦੋਂ ਠੋਸਾਂ ਦੇ ਵਿੱਚ ਟਰਾਂਸਫਰ ਹੋਵੇ ਗਰਮ ਸਿਰੇ ਤੋਂ ਠੰਡੇ ਸਿਰੇ ਵੱਲ ਹੀਟ। ਕਨਵੈਕਸ਼ਨ ਜਦੋਂ ਦਰਵ ਕਰਕੇ, ਦਰਵ ਦੀ ਮੂਵਮੈਂਟ ਕਰਕੇ, ਦਰਵ ਦੇ ਚੱਲਣ ਕਰਕੇ ਹੀਟ ਟਰਾਂਸਫਰ ਹੋ ਰਹੀ ਹੋਵੇ ਇੱਕ ਸਾਈਡ ਤੋਂ ਦੂਸਰੀ ਸਾਈਡ। ਤੇ ਰੇਡੀਏਸ਼ਨ ਤਾਂ ਬਿਲਕੁਲ ਆਮ ਜੀ ਗੱਲ ਹੀ ਹੈ। ਠੀਕ ਹੈ, ਜਿਵੇਂ ਸੂਰਜ ਦੀ ਰੇਡੀਏਸ਼ਨ, ਆਪਣੀ ਧਰਤੀ ਦਾ ਕੁਝ ਪੋਰਸ਼ਨ ਗਰਮ ਹੋ ਜਾਂਦਾ ਹੈਗਾ। ਸੋ ਰੇਡੀਏਸ਼ਨ ਇੱਕ ਅਲੱਗ ਤਰੀਕਾ ਹੈਗਾ ਸੰਚਾਰ ਦਾ। ਜਿਵੇਂ ਮੈਂ ਓਵਮ ਦੀ ਐਗਜ਼ਾਮਪਲ ਲਈ, ਉਹਦੇ ਨਾਲ ਮੇਬੀ ਬੈਟਰ ਸਮਝ ਆ ਜਾਊਗਾ। ਸੋ ਪਹਿਲੇ ਦੋ ਜ਼ਿਆਦਾ ਇੰਪੋਰਟੈਂਟ ਨੇ ਜੀ। ਹੁਣ ਇੰਨਾ ਕਰਨ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਦੋ ਚੀਜ਼ਾਂ ਬਾਰੇ ਹੋਰ ਪੇਪਰ ਦੇ ਵਿੱਚ ਕਈ ਵਾਰ ਸੌਖਾ ਪੇਪਰ ਆ ਜਾਂਦਾ ਤੇ ਕੁਐਸਚਨ ਪੁੱਛਿਆ ਜਾਂਦਾ ਕਿ ਕੰਡਕਟਰ ਕੀ ਹੁੰਦੇ ਨੇ। ਕੰਡਕਟਰ ਨੂੰ ਅਸੀਂ ਬੋਲਦੇ ਹਾਂ ਜੀ ਚਾਲਕ। ਠੀਕ ਹੈ, ਚਾਲਕ ਕਹਿ ਲਓ, ਸੁਚਾਲਕ ਕਹਿ ਲਓ, ਇੱਕ ਹੀ ਗੱਲ ਹੈ। ਠੀਕ ਹੈ, ਚਾਲਕ ਕਹਿ ਲਓ ਜਾਂ ਸੁਚਾਲਕ ਕਹਿ ਲਓ। ਪੰਜਾਬੀ ਦੇ ਵਿੱਚ ਦੋ ਨਾਮ ਆ ਗਏ, ਇੰਗਲਿਸ਼ ਦੇ ਵਿੱਚ ਇਹਨੂੰ ਕੰਡਕਟਰ ਬੋਲਦੇ ਆ। ਮਤਲਬ ਉਹ ਚੀਜ਼ਾਂ ਜਿਨ੍ਹਾਂ ਦੇ ਵਿੱਚੋਂ ਵਧੀਆ ਤਾਪ ਲੰਘ ਸਕਦਾ ਹੈ, ਹਨਾ, ਜਿਨ੍ਹਾਂ ਦੇ ਵਿੱਚੋਂ ਵਧੀਆ ਤਾਪ ਲੰਘ ਸਕਦਾ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ, ਉਹਨਾਂ ਨੂੰ ਕੀ ਬੋਲਦੇ ਆ ਅਸੀਂ? ਚਾਲਕ। ਜਿਵੇਂ ਦੇਖੋ ਲੋਹਾ, ਮੰਨ ਲਓ ਆਹ ਰੋਡ ਮੈਂ ਉੱਤੇ ਲਈ ਸੀ, ਇਹ ਲੋਹੇ ਦੀ ਰੋਡ ਹੈ ਹਨਾ। ਇਹਦੇ ਵਿੱਚ ਤਾਪ ਦਾ ਸੰਚਾਰ ਤਾਂ ਹੋ ਗਿਆ ਨਾ, ਤਾਪ ਇੱਕ ਗਰਮ ਸਿਰੇ ਤੋਂ ਠੰਡੇ ਸਿਰੇ ਵੱਲ ਬਾਗੀ, ਤਾਂ ਕਰਕੇ ਇਹ ਕੀ ਹੈ? ਚਾਲਕ। ਇਸ ਤੋਂ ਇਲਾਵਾ ਹੋਰ ਕੀ ਹੈ ਜੀ? ਤਾਂਬਾ, ਚਾਂਦੀ, ਠੀਕ ਹੈ, ਐਲੂਮੀਨੀਅਮ। ਮਤਲਬ ਜਿੰਨੀਆਂ ਵੀ ਧਾਤਾਂ ਹੁੰਦੀਆਂ ਨੇ ਸਾਰੀਆਂ ਚਾਲਕ ਹੁੰਦੀਆਂ ਨੇ ਤਾਪ ਦੀਆਂ, ਇਹਨਾਂ ਦੇ ਵਿੱਚੋਂ ਤਾਪ ਲੰਘ ਸਕਦਾ ਗਾ। ਇਸ ਤੋਂ ਇਲਾਵਾ ਇਨਸੂਲੇਟਰ ਹੁੰਦੇ ਨੇ, ਜਿਹਨੂੰ ਅਸੀਂ ਬੋਲਦੇ ਹਾਂ ਰੋਧਕ। ਰੋਧਕ ਨੂੰ ਅਸੀਂ ਇੱਕ ਹੋਰ ਨਾਮ ਦੇ ਸਕਦੇ ਹਾਂ ਜੀ, ਕੁਚਾਲਕ। ਇਹਨੂੰ ਹੋਰ ਨਾਮ ਦੇ ਸਕਦੇ ਹਾਂ, ਕੁਚਾਲਕ। ਤਾਂ ਉਹ ਵਾਲੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚੋਂ ਤਾਪ ਨਹੀਂ ਲੰਘ ਸਕਦਾ, ਉਹਨਾਂ ਨੂੰ ਅਸੀਂ ਬੋਲਦੇ ਹਾਂ ਕੁਚਾਲਕ। ਵੈਸੇ ਆਮ ਤੌਰ ਤੇ ਬਿਜਲੀ ਵਾਲੇ ਚੈਪਟਰ 'ਚ ਪੜਾਂਗੇ, ਉੱਥੇ ਤਾਪ ਅਤੇ ਬਿਜਲੀ ਦੀ ਗੱਲ ਆਪਾਂ ਇਕੱਠੀ ਕਰਾਂਗੇ। ਬਿਜਲੀ ਵੀ ਲੰਘ ਸਕਦੀ, ਤਾਪ ਵੀ ਨਹੀਂ ਲੰਘ ਸਕਦਾ। ਜਿਵੇਂ ਲੱਕੜੀ, ਦੇਖੋ ਹੁਣ ਲੱਕੜੀ ਤੇ ਤਾਪ ਦਾ ਕੋਈ ਅਸਰ ਨਹੀਂ ਹੈਗਾ। ਠੀਕ ਹੈ, ਲੱਕੜੀ ਦਾ ਇੱਕ ਸਿਰਾ ਗਰਮ ਕਰਕੇ ਦੇਖੋ ਵੀ ਦੂਜੇ ਸਿਰੇ ਤੱਕ ਹੀਟ ਜਾਊਗੀ, ਤਾਂ ਉਹ ਮਤਲਬ ਪ੍ਰੋਪਰ ਅੱਗ ਹੀ ਲੱਗ ਜੂਗੀ ਉਹ, ਹਨਾ। ਜਾਂ ਪਲਾਸਟਿਕ ਹੋ ਗਿਆ ਜੀ, ਠੀਕ ਹੈ। ਤਾਂ ਪਲਾਸਟਿਕ ਹੋ ਗਈ, ਲੱਕੜੀ ਹੋ ਗਈ, ਰਬੜ ਹੋ ਗਈ, ਕੁਛ ਮਰਜ਼ੀ ਲਿਖ ਲਓ, ਇਹ ਤਾਪ ਅਤੇ ਬਿਜਲੀ ਦੇ ਵਧੀਆ ਚਾਲਕ ਨਹੀਂ ਹੈਗੇ। ਤਾਂ ਕਰਕੇ ਇਹਦੇ ਵਿੱਚ ਤਾਪ ਜਾਂ ਬਿਜਲੀ ਦਾ ਵਧੀਆ ਸੰਚਾਰ ਨਹੀਂ ਕਰਦੇ, ਟਰਾਂਸਫਰ ਨਹੀਂ ਕਰਦੇ ਇੱਕ ਥਾਂ ਤੋਂ ਦੂਜੀ ਥਾਂ। ਤਾਂ ਕਰਕੇ ਕੀ ਹੋ ਗਏ? ਰੋਧਕ ਹੋ ਗਏ, ਇਨਸੂਲੇਟਰ ਹੋ ਗਏ। ਤਾਂ ਇੱਥੇ ਤੁਸੀਂ ਦੋਨਾਂ ਦੀ ਪਰਿਭਾਸ਼ਾ ਯਾਦ ਰੱਖਣੀ ਆ, ਤੇ ਯਾਦ ਰੱਖਣਾ ਕਿਹੜੇ ਚਾਲਕ ਨੇ ਕਿਹੜੇ ਰੋਧਕ ਨੇ, ਕਿਉਂਕਿ ਪੇਪਰ 'ਚ ਕੁਐਸਚਨ ਡਾਇਰੈਕਟ ਆਏ ਹੋਏ ਨੇ। ਹੇਠ ਲਿਖਿਆਂ ਵਿੱਚੋਂ ਕਿਹੜਾ ਰੋਧਕ ਹੈ? ਤਾਂ ਤਿੰਨ ਆਪਸ਼ਨ ਤਾਂ ਉਹ ਦੇ ਦਿੰਦੇ ਨੇ ਚਾਲਕ ਦੇ, ਇੱਕ ਨਾਲ ਕੋਈ ਲੱਕੜੀ, ਰਬੜ, ਪਲਾਸਟਿਕ ਲਿਖ ਦੇਣਗੇ। ਤਾਂ ਆਪਾਂ ਨੂੰ ਪਤਾ ਹੈ ਕਿ ਲੱਕੜੀ, ਰਬੜ ਜਾਂ ਪਲਾਸਟਿਕ ਆਪਣੇ ਕੀ ਆ ਜਾਣਗੇ? ਰੋਧਕ ਆ ਜਾਣਗੇ। ਸੋ ਸਿੰਪਲ ਜਿਹਾ ਕੰਸੈਪਟ ਹੈ, ਕੋਈ ਬਹੁਤ ਜ਼ਿਆਦਾ ਔਖਾ ਕੰਮ ਨਹੀਂ ਹੈਗਾ। ਇਹਨੂੰ ਆਪਾਂ ਬਿਜਲੀ ਵਾਲੇ ਚੈਪਟਰ ਦੇ ਵਿੱਚ ਦੁਬਾਰਾ ਫਿਰ ਵੀ ਪੜਾਂਗੇ। ਹਾਂਜੀ, ਇਹਦੇ ਵਿੱਚ ਇੱਕ ਕੰਸੈਪਟ ਰਹਿ ਗਿਆ ਆਪਣਾ ਸੀ ਬਰੀਜ਼, ਜਿਹਨੂੰ ਜਲ ਸਮੀਰ ਬੋਲਦੇ ਆ। ਇੱਕ ਲੈਂਡ ਬਰੀਜ਼ ਆ ਗਿਆ, ਜਿਹਨੂੰ ਥਲ ਸਮੀਰ ਬੋਲਦੇ ਆ। ਅਸਲ ਦੇ ਵਿੱਚ ਜਿਹੜਾ ਇਹ ਵਾਲਾ ਵਰਤਾਰਾ ਜਾਂ ਇਹ ਵਾਲਾ ਕੰਸੈਪਟ ਹੈ, ਇਹ ਉਹ ਲੋਕ ਵਧੀਆ ਸਮਝ ਸਕਦੇ ਆ ਜਿਨ੍ਹਾਂ ਦੇ ਘਰ ਸਮੁੰਦਰਾਂ ਦੇ ਨੇੜੇ ਨੇ। ਠੀਕ ਹੈ, ਕਿਉਂਕਿ ਇਹ ਵਾਲੀਆਂ ਚੀਜ਼ਾਂ ਉੱਥੇ ਦੇਖਣ ਨੂੰ ਮਿਲਦੀਆਂ ਨੇ। ਦੇਖੋ ਹੁੰਦਾ ਕੀ ਹੈ ਇਹ, ਆਮ ਜੀ ਭਾਸ਼ਾ ਦੇ ਵਿੱਚ ਪਹਿਲਾਂ ਸਮਝੋ, ਮੈਂ ਡਾਇਗਰਾਮ ਦੇਤੀ, ਲਿਖੂੰਗਾ ਬਾਅਦ ਦੇ ਵਿੱਚ। ਦੇਖੋ ਆਹ ਸਮੁੰਦਰ ਆ ਗਿਆ, ਤੁਹਾਨੂੰ ਪਤਾ ਹੈ ਜਿੱਥੇ ਬਲੂ ਕਲਰ ਹੈ ਉਹ ਸਮੁੰਦਰ ਹੈ। ਆਹ ਲਈ ਅਰਥ ਆ ਗਈ, ਤਾਂ ਅਰਥ ਨੂੰ ਅਸੀਂ ਕੀ ਬੋਲ ਦਿੰਦੇ ਹਾਂ ਜੀ? ਥਲ ਕਹਾਂਗੇ। ਠੀਕ ਹੈ, ਤੇ ਇਹ ਪਾਣੀ ਹੈ, ਪਾਣੀ ਨੂੰ ਜਲ ਵੀ ਬੋਲ ਦਿੰਦੇ ਹਾਂ ਅਸੀਂ। ਤਾਂ ਇਹ ਜਲ ਆ ਗਿਆ। ਸੋ ਇੱਥੇ ਹੀ ਨਾਮ ਪਏ ਨੇ ਜਲ ਤੇ ਥਲ। ਤਾਂ ਕੀ ਹੁੰਦਾ ਹੈ ਕਿ ਸਮੁੰਦਰ ਦੇ ਨੇੜੇ ਦਿਨ ਵੇਲੇ ਕੀ ਹੁੰਦਾ ਹੈ, ਆਪਾਂ ਨੂੰ ਪਤਾ ਕਿ ਦਿਨ ਵੇਲੇ ਸੂਰਜ ਦੀ ਰੋਸ਼ਨੀ ਹੁੰਦੀ ਹੈ, ਜਿਹਦੇ ਨਾਲ ਹਵਾ ਗਰਮ ਹੋ ਜਾਂਦੀ ਹੈ। ਤੇ ਗਰਮ ਹਵਾ ਉੱਪਰ ਉੱਠਦੀ ਹੈ। ਜਿਹੜੀ ਗਰਮ ਹਵਾ ਹੈ ਉਹ ਉੱਪਰ ਉੱਠਦੀ ਹੈ। ਜਿਵੇਂ ਅੱਜ ਕੱਲ ਤਾਂ ਬਹੁਤ ਘੱਟ ਹੁੰਦੇ ਨੇ, ਪੁਰਾਣੇ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਨਾਰਮਲੀ ਰੋਸ਼ਨਦਾਨ ਬਣੇ ਹੁੰਦੇ ਨੇ ਉੱਪਰ। ਤਾਂ ਉਹ ਕਿਉਂ ਬਣੇ ਹੁੰਦੇ ਨੇ? ਕਿਉਂਕਿ
ਜੋ ਗਰਮ ਹਵਾ ਹੈ, ਤਾਂ ਕਿ ਉੱਥੋਂ ਬਾਹਰ ਨਿਕਲੀ ਜਾਵੇ। ਕਮਰੇ ਦੇ ਵਿੱਚ ਜੋ ਗਰਮ ਹਵਾ ਹੁੰਦੀ ਹੈ ਉਹ ਉੱਤੇ ਰਹਿੰਦੀ ਹੈ ਜੀ, ਹਲਕੀ ਹੁੰਦੀ ਹੈ ਗਰਮ ਹਵਾ, ਉਹ ਹਲਕੀ ਹੋਣ ਕਾਰਨ ਉੱਪਰ ਹੁੰਦੀ ਹੈ, ਤੇ ਨੀਚੇ ਜਿਹੜੀ ਠੰਡੀ ਹਵਾ ਹੁੰਦੀ ਹੈ ਉਹ ਭਾਰੀ ਹੁੰਦੀ ਹੈ। ਤਾਂ ਦਿਨ ਵੇਲੇ ਦੇਖੋ ਗਰਮ ਹਵਾ ਜਿਹੜੀ ਹੈਗੀ ਉਹ ਉੱਪਰ ਉੱਠ ਜਾਂਦੀ ਹੈ, ਠੀਕ ਹੈ। ਉੱਪਰ ਉੱਠ ਕੇ ਕੀ ਹੁੰਦਾ ਹੈ, ਤੇ ਜਿਹੜਾ ਸਮੁੰਦਰ ਹੈ, ਤਾਂ ਕਰਕੇ ਦੇਖੋ ਥੱਲੇ ਥੋੜੀ ਜਗ੍ਹਾ ਐਮਟੀ ਜਗ੍ਹਾ ਬਚ ਗਈ, ਤਾਂ ਕਰਕੇ ਦਿਨ ਵੇਲੇ ਕੀ ਹੁੰਦਾ ਹੈ ਕਿ ਸਮੁੰਦਰ ਤੋਂ ਇੱਧਰ ਨੂੰ ਠੰਡੀ ਹਵਾ ਵਗਦੀ ਹੈ, ਸਮੁੰਦਰ ਤੋਂ ਧਰਤੀ ਵੱਲ ਜਾਂ ਜਲ ਤੋਂ ਥਲ ਵੱਲ ਠੰਡੀ ਹਵਾ ਵਗਦੀ ਹੈ, ਕਿਉਂਕਿ ਗਰਮ ਹਵਾ ਤਾਂ ਉੱਪਰ ਉੱਠ ਗਈ, ਉਹਦੀ ਜਗ੍ਹਾ ਤਾਂ ਲੈਣੀ ਹੈ ਕਿਸੇ ਨੇ, ਉਹ ਠੰਡੀ ਹਵਾ ਲੈ ਕੇ ਆਊਗੀ, ਠੀਕ ਹੈ ਜੀ। ਤਾਂ ਇਸ ਵਰਤਾਰੇ ਨੂੰ ਅਸੀਂ ਬੋਲਦੇ ਹਾਂ ਜਲ ਸਮੀਰ, ਇਹਨੂੰ ਅਸੀਂ ਬੋਲਦੇ ਹਾਂ, ਪਹਿਲੀ ਡਾਇਗਰਾਮ ਕਾਹਦੀ ਹੈ, ਜਲ ਸਮੀਰ ਦੀ। ਦੇਖੋ ਸਿੰਪਲ ਜਿਹਾ ਕੰਮ ਹੈ, ਸੀ ਬਰੀਜ਼ ਸਿੰਪਲ ਜਿਹਾ ਕੰਮ ਹੈ ਕਿ ਜਦੋਂ ਹਵਾ ਜਾਵੇ ਸਮੁੰਦਰ ਤੋਂ, ਠੀਕ ਹੈ, ਜਦੋਂ ਠੰਡੀ ਹਵਾ ਵਗੇ ਸਮੁੰਦਰ ਤੋਂ ਕਾਦੇ ਵੱਲ, ਥਲ ਵੱਲ, ਜਾਂ ਕਹ ਲਓ ਧਰਤੀ ਵੱਲ ਕਹਿ ਲਓ, ਠੀਕ ਹੈ। ਇਸ ਤਰੀਕੇ ਨਾਲ ਧਰਤੀ ਨਾਲੋਂ ਬੈਟਰ ਹੈ, ਮੇ ਬੀ ਥਲ ਤੁਸੀਂ ਲਿਖ ਸਕਦੇ ਹੋ ਇੱਥੇ, ਜਾਂ ਕਹ ਲਓ ਜਦੋਂ ਹਵਾ ਸਮੁੰਦਰ ਤੋਂ ਥਲ ਵੱਲ ਵਗਦੀ ਹੈ, ਥਲ ਕਿਹੜਾ ਆ ਗਿਆ ਜਿਹੜਾ ਸਮੁੰਦਰ ਦੇ ਨੇੜੇ ਹੈ, ਠੀਕ ਹੈ, ਥਲ ਦਾ ਮਤਲਬ ਉਹ ਸਮਝੋ। ਤਾਂ ਇਹਨੂੰ ਅਸੀਂ ਬੋਲਦੇ ਹਾਂ ਜੀ ਜਲ ਸਮੀਰ। ਤਾਂ ਪਹਿਲਾਂ ਤੁਸੀਂ ਇਹਨੂੰ ਯਾਦ ਐਂ ਰੱਖਣਾ, ਦੇਖੋ ਡੈਫੀਨੇਸ਼ਨ ਹੀ ਯਾਦ ਰੱਖਣੀ ਆਪਾਂ, ਹੋਰ ਤਾਂ ਕੋਈ ਕੰਮ ਨਹੀਂ। ਤਾਂ ਜਲ ਸਮੀਰ, ਜੇ ਤੁਹਾਨੂੰ ਜਲ ਸਮੀਰ ਆ ਗਿਆ, ਤਾਂ ਪਹਿਲਾਂ ਕੀ ਹੈ ਇਹਦੇ ਵਿੱਚ ਜਲ, ਤੋਂ ਹਵਾ ਕਿੱਥੋਂ ਚੱਲੂਗੀ, ਜਲ ਤੋਂ, ਠੀਕ ਹੈ। ਜਲ ਕਾਦੇ ਵਿੱਚ ਹੁੰਦਾ ਹੈ, ਸਮੁੰਦਰ ਦੇ ਵਿੱਚ। ਤਾਂ ਜਦੋਂ ਸਮੁੰਦਰ ਤੋਂ ਹਵਾ ਚੱਲਦੀ ਹੈ ਥਲ ਵੱਲ ਨੂੰ, ਤਾਂ ਉਹਨੂੰ ਅਸੀਂ ਬੋਲਦੇ ਹਾਂ ਜਲ ਸਮੀਰ। ਸਿੰਪਲ ਜਿਹਾ ਕੰਮ ਹੈ, ਕੋਈ ਬਹੁਤ ਔਖਾ ਕੰਮ ਨਹੀਂ। ਤਾਂ ਕਰਕੇ ਦਿਨ ਵੇਲੇ ਜੋ ਵੀ ਇੱਥੇ ਲੋਕ ਰਹਿੰਦੇ ਹੋਣਗੇ ਉਹ ਬੜੀ ਠੰਡੀ ਹਵਾ ਫੀਲ ਕਰਦੇ ਨੇ। ਰਾਤ ਨੂੰ ਕੀ ਹੁੰਦਾ ਜੀ, ਹਨਾ, ਹੁਣ ਰਾਤ ਨੂੰ ਥੋੜਾ ਜਿਹਾ ਕੰਮ ਉਲਟਾ ਹੋ ਜਾਂਦਾ ਹੈ। ਰਾਤ ਵੇਲੇ ਆਪਾਂ ਸਕੈਚ ਵੀ ਇੱਥੇ ਚੇਂਜ ਕਰ ਲੈਂਦੇ ਹਾਂ, ਜਸਟ ਅ ਮਿੰਟ। ਸੋ ਰਾਤ ਨੂੰ ਹੁੰਦੀ ਹੈ ਜੀ ਥਲ ਸਮੀਰ, ਠੀਕ ਹੈ। ਥਲ ਸਮੀਰ ਕੀ ਹੁੰਦੀ ਹੈ, ਉਹਨੂੰ ਸਮਝਣ ਲਈ ਆਪਾਂ ਨੂੰ ਰਾਤ ਦਾ ਵਰਤਾਰਾ ਜਿਹੜਾ ਹੈਗਾ ਉਹ ਸਮਝਣਾ ਪੈਣਾ। ਸੋ ਰਾਤ ਵੇਲੇ ਜੀ ਦਿਨ ਵਾਲੀ ਪੂਰੀ ਗਰਮੀ ਜਦੋਂ ਸੋਖੀ ਜਾਂਦੀ ਹੈ ਨਾ, ਜਦੋਂ ਪੂਰਾ ਸਮੁੰਦਰ ਜਿਹੜਾ ਦਿਨ ਵਾਲੀ ਪੂਰੀ ਗਰਮੀ ਜਿਹੜਾ ਉਹ ਸੋਖਦਾ, ਜਾਂ ਕਹ ਲਓ ਜਿਹੜਾ ਸਮੁੰਦਰ ਦਾ ਪਾਣੀ ਹੈ ਉਹ ਮਤਲਬ ਛੇਤੀ ਛੇਤੀ ਠੰਡਾ ਨਹੀਂ ਹੁੰਦਾ, ਉਹ ਹੌਲੀ ਹੌਲੀ ਠੰਡਾ ਹੁੰਦਾ, ਇਦਾਂ ਕਹਿ ਲਓ। ਜਿਹਦੇ ਕਰਕੇ ਉੱਥੇ ਆਲੇ ਦੁਆਲੇ ਜੋ ਹਵਾ ਉਹ ਗਰਮ ਰਹਿੰਦੀ ਹੈ, ਥੋੜੀ ਜੀ ਗਰਮ ਹਵਾ ਫਿਰ ਉੱਪਰ ਨੂੰ ਉੱਠਦੀ ਹੈ, ਤੇ ਉਹਦੀ ਥਾਂ ਲੈਣ ਲਈ ਹੁਣ ਕੀ ਹੋ ਜਾਊਗਾ, ਹੁਣ ਚੱਲੂਗਾ ਥਲ ਸਮੀਰ, ਜਾਂ ਕਹਿ ਲਓ ਕਿ ਹੁਣ ਕੀ ਹੋਊਗਾ ਜੀ, ਕਿ ਥਲ ਤੋਂ, ਕਿਉਂਕਿ ਅੱਗੇ ਥਲ ਆ ਗਿਆ, ਮਤਲਬ ਸਮੁੰਦਰ ਦੇ ਨੇੜਲੇ ਇਲਾਕੇ ਤੋਂ, ਜਾਂ ਕਹ ਲਓ ਥਲ ਤੋਂ, ਠੀਕ ਹੈ, ਥਲ ਤੋਂ ਜਲ ਵੱਲ ਜਾਂ ਕਹ ਲਓ ਸਮੁੰਦਰ ਵੱਲ ਜਿਹੜੀ ਹਵਾ ਗਈ ਉਹ ਠੰਡੀ ਹਵਾ ਚੱਲਣ ਲੱਗ ਜਾਂਦੀ ਹੈ, ਠੀਕ ਹੈ, ਜਿਹਨੂੰ ਅਸੀਂ ਬੋਲਦੇ ਹਾਂ ਥਲ ਸਮੀਰ। ਸੋ ਕੰਸੈਪਟ ਸਮਝਣਾ ਤਾਂ ਬੜਾ ਸੌਖਾ ਨਾ। ਜੇ ਤੁਹਾਨੂੰ ਸ਼ਬਦ ਆ ਗਿਆ ਜਲ ਸਮੀਰ ਕੀ ਹੁੰਦਾ ਹੈ, ਬਸ ਅੱਗੇ ਵਾਲਾ ਯਾਦ ਰੱਖਿਓ ਕਿ ਭਾਈ ਹਵਾ ਜਲ ਤੋਂ ਚੱਲੂਗੀ, ਜਾਂ ਕਹ ਲਓ ਸਮੁੰਦਰ ਤੋਂ ਚੱਲੂਗੀ ਅੱਗੇ ਥਲ ਵੱਲ। ਜੇ ਤੁਹਾਨੂੰ ਆ ਗਿਆ ਕਿ ਥਲ ਸਮੀਰ ਕੀ ਹੁੰਦਾ, ਤਾਂ ਹਵਾ ਥਲ ਤੋਂ ਚੱਲੂਗੀ ਕਾਦੇ ਵੱਲ, ਸਮੁੰਦਰ ਵੱਲ, ਠੀਕ ਹੈ। ਉਲਟਾ ਹੋਇਆ ਦੋਨਾਂ ਕੇਸਿਸ ਦੇ ਵਿੱਚ। ਸੋ ਹੋਪਫੁਲੀ ਤੁਹਾਨੂੰ ਇਹ ਕੰਸੈਪਟ ਸਮਝ ਆ ਗਿਆ ਹੋਊਗਾ। ਹਾਂਜੀ, ਕੁਐਸਚਨ ਆਪਾਂ ਹੋਰ ਦੇਖਦੇ ਹਾਂ। ਸੋ ਕੁਐਸਚਨ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ, ਕੁਝ ਤੁਹਾਨੂੰ ਯੂਜ਼ਫੁਲ ਮਿਲਦਾ ਪਿਆ, ਤਾਂ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਦਿਓ। ਐਂਡ ਇੱਕ ਗੱਲ ਮੈਂ ਫਿਰ ਤੋਂ ਕਹਿ ਰਿਹਾ ਤੁਹਾਨੂੰ ਕਿ ਇਸ ਫ੍ਰੀ ਐਜੂਕੇਸ਼ਨ ਨੂੰ ਆਪਣੇ ਵੱਧ ਤੋਂ ਵੱਧ ਦੋਸਤਾਂ ਤੱਕ, ਵੱਧ ਤੋਂ ਵੱਧ ਗਰੁੱਪਸ ਤੱਕ ਸ਼ੇਅਰ ਕਰੋ, ਕਿਉਂਕਿ ਪੇਪਰ ਬੜਾ ਨਜ਼ਦੀਕ ਆ ਚੁੱਕਾ ਗਾ, ਤਾਂ ਕਿ ਵੱਧ ਤੋਂ ਵੱਧ ਬੱਚੇ ਇਸ ਫ੍ਰੀ ਐਜੂਕੇਸ਼ਨ ਦਾ ਲਾਹਾ ਲੈ ਸਕਣ। ਸੋ ਇਹ ਕੁਐਸਚਨ ਆਪਾਂ ਪੜ੍ਹਦੇ ਹਾਂ, ਦੇਖੋ ਐਕਸਪੈਕਟਡ ਕੁਐਸਚਨ ਹੈ ਐਗਜ਼ਾਮ ਦਾ। ਸਰਦੀਆਂ ਦੀ ਸਵੇਰ ਨੂੰ ਲੱਕੜ ਦੀ ਟਾਇਲ ਦੇ ਮੁਕਾਬਲੇ ਸੰਗਮਰਮਰ ਜਾਂ ਕਹ ਲਓ ਮਾਰਬਲ ਦੀ ਜਿਹੜੀ ਟਾਇਲ ਹੈ, ਠੀਕ ਹੈ, ਇੱਕ ਲੱਕੜ ਦੀ ਟਾਇਲ ਹੈ, ਇੱਕ ਮਾਰਬਲ ਦੀ ਟਾਇਲ ਹੈ, ਠੰਡੀ ਮਹਿਸੂਸ ਹੋਵੇਗੀ, ਕਿਉਂਕਿ ਸੰਗਮਰਮਰ ਦੀ ਜੋ ਟਾਇਲ ਹੈ ਉਹ ਕੀ ਕਰੂਗੀ। ਦੇਖੋ ਇੱਕ ਤਾਂ ਹੋ ਗਿਆ ਜੀ ਵੁਡਨ ਟਾਇਲ, ਲੱਕੜ ਦੀ ਟਾਇਲ ਹੋਗੀ, ਲੱਕੜ ਦਾ ਕੋਈ ਪੀਸ ਹੋ ਗਿਆ ਟਾਇਲ ਵਰਗਾ। ਇੱਕ ਹੋ ਗਿਆ ਮਾਰਬਲ ਟਾਇਲ ਜਾਂ ਕਹ ਲਓ ਸੰਗਮਰਮਰ ਦੀ ਟਾਇਲ, ਪੱਥਰ ਦੀ ਟਾਇਲ, ਹਨਾ, ਇੱਕ ਇਹ ਹੋਗੀ। ਕਹਿੰਦੇ ਜੋ ਸਰਦੀਆਂ ਦੀ ਸਵੇਰ ਨੂੰ ਜਿਹੜੀ ਸੰਗਮਰਮਰ ਦੀ ਟਾਇਲ ਹੈ ਉਹ ਜ਼ਿਆਦਾ ਠੰਡੀ ਲੱਗੂਗੀ ਆਪਾਂ ਨੂੰ, ਜਦੋਂ ਆਪਾਂ ਸਵੇਰੇ ਦੇਖਾਂਗੇ, ਕਿਹਦੇ ਨਾਲੋਂ, ਲੱਕੜ ਦੇ ਨਾਲੋਂ। ਲੱਗਦੀ ਵੀ ਹੈ, ਹਨਾ, ਆਪਾਂ ਨੂੰ ਪਤਾ ਵੀ ਹੈ, ਅਗਰ ਆਪਾਂ ਵੈਸੇ ਵੀ ਸੋਚ ਕੇ ਦੇਖੀਏ ਤਾਂ ਉਹਦਾ ਕਾਰਨ ਕੀ ਹੈ ਆਪਾਂ ਉਹ ਲੱਭਣਾਗਾ। ਕਿਉਂਕਿ ਪਹਿਲੀ ਆਪਸ਼ਨ ਦੇਖੋ, ਲਾਸਟ ਤੋਂ ਚੱਲਦੇ ਹਾਂ ਆਪਾਂ, ਚਲੋ ਡੀ ਤੋਂ। ਕਹਿੰਦੇ ਮਾਰਬਲ ਟਾਈਲ ਜੋ ਸੰਗਮਰਮਰ ਦੀ ਟਾਈਲ ਹੈ ਇਜ਼ ਅ ਪੂਅਰ ਕੰਡਕਟਰ ਆਫ ਹੀਟ ਦੈਨ ਦਾ ਵੁਡਨ ਟਾਈਲ। ਕਹਿੰਦੇ ਉਹ ਪੂਅਰ ਕੰਡਕਟਰ ਹੈ, ਮਤਲਬ ਕੰਡਕਟਰ ਦੇਖੋ ਆਪਾਂ ਪੜ੍ਹ ਚੁੱਕੇ ਹਾਂ, ਚਾਲਕ ਆਪਾਂ ਪੜ੍ਹ ਚੁੱਕੇ ਹਾਂ, ਚਾਲਕ ਜਾਂ ਸੁਚਾਲਕ ਜਾਂ ਸੰਚਾਲਕ ਇੱਕੋ ਹੀ ਗੱਲ ਹੈ ਜੀ, ਠੀਕ ਹੈ, ਇਹ ਤੁਹਾਨੂੰ ਮੈਂ ਸਮਝਾ ਚੁੱਕਾ। ਕਹਿੰਦਾ ਮਤਲਬ ਕਿ ਮਾਰਬਲ ਦੀ ਟਾਈਲ ਦੇ ਵਿੱਚੋਂ ਕਹਿੰਦਾ ਤਾਪ ਸੰਚਾਰ ਨਹੀਂ ਹੁੰਦਾ, ਤਾਂ ਕਰਕੇ। ਸੋ ਇਹ ਆਪਸ਼ਨ ਆਪਾਂ ਬਾਅਦ ਦੇ ਵਿੱਚ ਦੇਖਾਂਗੇ। ਸੀ ਆਪਸ਼ਨ ਦੇਖੋ, ਕਿਉਂਕਿ ਸੰਗਮਰਮਰ ਦੀ ਟਾਇਲ ਰਿਫਲੈਕਟਸ ਮੋਰ ਹੀਟ ਦੈਨ ਦਾ ਵੁਡਨ ਟਾਇਲ, ਲੱਕੜ ਦੀ ਟਾਇਲ ਨਾਲੋਂ ਕਹਿੰਦੇ ਜ਼ਿਆਦਾ ਗਰਮੀ ਨੂੰ ਦਰਸਾਉਂਦਾ ਸੰਗਮਰਮਰ ਵਾਲਾ। ਇੱਕ ਆਪਸ਼ਨ ਇਹ ਦਿੱਤਾ ਹੈ। ਬੀ ਆਪਸ਼ਨ ਦੇਖੋ,
ਕਿਉਂਕਿ ਸੰਗਮਰਮਰ ਦੀ ਟਾਇਲ ਜਿਹੜੀ ਹੈਗੀ ਉਹ ਪਾਲਿਸ਼ ਕੀਤੀ ਹੁੰਦੀ ਹੈ ਜੀ, ਜਦ ਕਿ ਲੱਕੜ ਦੀ ਜਿਹੜੀ ਟਾਇਲ ਹੈ ਉਹ ਪਾਲਿਸ਼ ਨਹੀਂ ਕੀਤੀ ਹੁੰਦੀ। ਇੱਕ ਇਹ ਹੈ। ਪਹਿਲੀ ਆਪਸ਼ਨ ਦੇਖੋ, ਲੱਕੜ ਦੀ ਟਾਇਲ ਨਾਲੋਂ ਸੰਗਮਰਮਰ ਦੀ ਜੋ ਟਾਇਲ ਹੈ ਉਹ ਗਰਮੀ ਦਾ ਵਧੀਆ ਸੰਚਾਲਕ ਹੈ। ਦੇਖੋ ਚਾਰ ਆਪਸ਼ਨਾਂ ਨੇ, ਅਗਰ ਤੁਸੀਂ ਪਹਿਲੀ ਵਾਰ ਪੜੋਗੇ ਨਾ, ਭਾਵੇਂ ਤੁਸੀਂ ਪੂਰਾ ਹੀਟ ਚੈਪਟਰ ਵੀ ਕਰ ਲਿਆ, ਫਿਰ ਵੀ ਤੁਹਾਨੂੰ ਇੱਕ ਵਾਰ ਸੋਚਣਾ ਪਊਗਾ ਕਿ ਇਹਦਾ ਆਨਸਰ ਕੀ ਆਊਗਾ। ਤਾਂ ਇਹਦਾ ਆਨਸਰ ਇਹ ਹੁੰਦਾ ਜੀ ਕਿ ਆਪਾਂ ਨੂੰ ਪਤਾ ਹੈ ਕਿ ਲੱਕੜ ਜਿਹੜੀ ਹੈਗੀ ਆ, ਲੱਕੜ ਇਜ਼ ਅ ਪੂਅਰ ਕੰਡਕਟਰ ਆਫ ਹੀਟ। ਠੀਕ ਹੈ, ਲੱਕੜ ਦੇ ਵਿੱਚੋਂ ਤਾਪ ਸੰਚਾਰ ਹੁੰਦੀ ਨਹੀਂ। ਪਰ ਜਿਹੜਾ ਆਪਣਾ ਮਾਰਬਲ ਟਾਈਲ ਹੈ ਨਾ, ਮਾਰਬਲ ਟਾਈਲ, ਉਹਦੇ ਵਿੱਚੋਂ ਹੋ ਸਕਦਾ ਜੀ, ਕਿਉਂਕਿ ਉਹਦੇ ਵਿੱਚ ਜਿਹੜੇ ਪੱਥਰ ਦੇ ਟੁਕੜਿਆਂ ਨਾਲ ਉਹ ਬਣੀ ਹੁੰਦੀ, ਇਦਾਂ ਲਾ ਲਓ, ਉਹ ਇੱਕ ਦੂਸਰੇ ਦੇ ਜਿਹੜੇ ਹੁੰਦੇ ਨੇ ਨੇੜੇ ਨੇੜੇ ਹੁੰਦੇ ਨੇ। ਇਦਾਂ ਕਹਿ ਲਓ ਕਿ ਅਗਰ ਵੈਸੇ ਆਪਾਂ ਜ਼ਿਆਦਾ ਸਾਇੰਸ ਦੇ ਵਿੱਚ ਨਾ ਜਾਈਏ ਤਾਂ ਮੈਂ ਸਿੰਪਲ ਜੀ ਲੈਂਗੁਏਜ ਦੇ ਵਿੱਚ ਤੁਹਾਨੂੰ ਸਮਝਾ ਦਿੰਨਾਗਾ ਕਿ ਲੱਕੜ ਤਾਂ ਪੂਰ ਕੰਡਕਟਰ ਆਫ ਹੀਟ ਹੈ, ਜਦ ਕਿ ਮਾਰਬਲ ਟਾਈਲ ਬੈਟਰ ਕੰਡਕਟਰ ਆਫ ਹੀਟ ਹੈ। ਮਤਲਬ ਗਰਮੀ ਦਾ ਵਧੀਆ ਸੰਚਾਲਕ ਹੈ ਕਿ ਜਦੋਂ ਹੀ ਤੁਸੀਂ ਠੰਡ ਵਾਲੀ ਸੁਬਾਹ ਉਤੇ ਪੈਰ ਰੱਖੋਗੇ, ਠੀਕ ਹੈ, ਤਾਂ ਜਿਹੜਾ ਤੁਹਾਡੇ ਪੈਰ ਦੀ ਗਰਮੀ ਹੈ ਨਾ, ਠੀਕ ਹੈ, ਉਹ ਟਰਾਂਸਫਰ ਹੋ ਜੂਗੀ ਕਾਦੇ ਵਿੱਚ, ਮਾਰਬਲ ਦੇ ਵਿੱਚ। ਪੈਰ ਵਾਲੀ ਜੋ ਹੀਟ ਐ ਕਹਿ ਲਓ, ਉਹ ਟਰਾਂਸਫਰ ਹੋ ਜੂਗੀ ਮਾਰਬਲ ਦੇ ਵਿੱਚ। ਤੇ ਜਦੋਂ ਹੀਟ ਟਰਾਂਸਫਰ ਹੋਗੀ ਤਾਂ ਤੁਹਾਨੂੰ ਮਤਲਬ ਉੱਥੋਂ ਠੰਡਾ ਠੰਡਾ ਫੀਲ ਹੋਊਗਾ। ਠੀਕ ਹੈ, ਵੈਸੇ ਸਾਇੰਸ ਡੂੰਗੀ ਇਹਦੇ ਪਿੱਛੇ, ਤਾਂ ਮੈਂ ਤੁਹਾਨੂੰ ਮੋਟਾ ਮੋਟਾ ਜਿਹਾ ਦੱਸਦਾ। ਤਾਂ ਇਹਦੇ ਵਿੱਚ ਆਪਾਂ ਨੂੰ ਕਰੈਕਟ ਆਨਸਰ ਕੀ ਆਊਗਾ ਕਿ ਮਾਰਬਲ ਟਾਈਲ ਇਜ਼ ਅ ਬੈਟਰ ਕੰਡਕਟਰ ਆਫ ਹੀਟ ਦੈਨ ਅ ਵੁਡਨ ਟਾਈਲ। ਸੋ ਆਪਸ਼ਨ ਏ ਜਿਹੜੀ ਹੈਗੀ ਆ ਉਹ ਸਹੀ ਆਨਸਰ ਆਊਗਾ ਇਹਦੇ ਲਈ ਆਪਣਾ, ਕਿ ਲੱਕੜ ਦੀ ਟਾਈਲ ਨਾਲੋਂ ਜਿਹੜੀ ਸੰਗਮਰਮਰ ਦੀ ਟਾਈਲ ਹੈ ਉਹ ਗਰਮੀ ਦਾ ਵਧੀਆ ਸੁਚਾਲਕ ਹੈ, ਮਤਲਬ ਹੀਟ ਟਰਾਂਸਫਰ ਕਰ ਸਕਦੀ ਹੈ ਉਹ। ਸੋ ਹੋਪਫੁਲੀ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ। ਸੋ ਅਗਰ ਕਲਾਸ ਵਧੀਆ ਲੱਗੀ ਤਾਂ ਜਰੂਰ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ। ਸੋ ਦੈਟਸ ਆਲ ਫॉर ਟੁਡੇ। ਜਲਦੀ ਮਿਲਾਂਗੇ ਅਗਲੀ ਵੀਡੀਓ ਨਾਲ। ਥੈਂਕ ਯੂ ਫॉर ਵਾਚਿੰਗ।